ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਹਾਂ ਮਗਨਦੀਪ, ਤੁਸੀਂ ਦੇਖ ਰਹੇ ਹੋ ਪੀਟੀ ਮੀਡੀਆ। ਮੇਰੇ ਨਾਲ ਦੋ ਉੱਘੇ ਵਿਦਵਾਨ ਨੇ, ਡਾਕਟਰ ਪਿਆਰਾ ਲਾਲ ਗਰਗ ਔਰ ਡਾਕਟਰ ਮੁਹੰਮਦ ਖਾਨ ਸਾਹਿਬ। ਤੁਹਾਡਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਮਿਹਰਬਾਨੀ ਜੀ, ਥੈਂਕ ਯੂ ਜੀ। ਕੁਝ ਵੱਡੀਆਂ ਖਬਰਾਂ ਦੀ ਅਸੀਂ ਚਰਚਾ ਕਰਨੀ ਹੈ। ਬਹੁਤ ਅਹਿਮ ਖਬਰਾਂ ਨੇ, ਕੁਝ ਪੰਜਾਬ ਦੀਆਂ ਔਰ ਕੁਝ ਜਿਹੜੀਆਂ ਹੈ ਉਹ ਨਿਆਂਪਾਲਕ ਨਾਲ ਸੰਬੰਧਿਤ ਹੈ। ਨਿਆਂਪਾਲਕਾਂ ਨਾਲ ਜਿਹੜੀਆਂ ਖਬਰਾਂ ਸੰਬੰਧਿਤ ਨੇ ਉਹ ਸਾਡੇ ਸੂਬੇ ਨਾਲ ਵੀ ਸੰਬੰਧਿਤ ਨੇ ਤੇ ਪੂਰੇ ਦੇਸ਼ ਨਾਲ ਉਹਨਾਂ ਦਾ ਸੰਬੰਧ ਹੈ, ਬਹੁਤ ਮਹੱਤਵਪੂਰਨ ਨੇ। ਪਰ ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰਦੇ ਹਾਂ। ਪੰਜਾਬ 'ਚ ਇਹਨਾਂ ਦਿਨਾਂ 'ਚ ਬਜਟ ਦੀ ਬਹੁਤ ਚਰਚਾ ਹੋ ਰਹੀ ਹੈ। ਆਉਣ ਵਾਲਾ ਬਜਟ ਇਤਿਹਾਸਕ ਬਣਾਉਣਾ ਚਾਹੁੰਦੀ ਹੈ ਸਰਕਾਰ। ਇਹ ਬਜਟ ਇਤਿਹਾਸਕ ਕਿਵੇਂ ਬਣੇਗਾ, ਅਸੀਂ ਇਹਨਾਂ ਦੋਨਾਂ ਵਿਦਵਾਨਾਂ ਤੋਂ ਇਹ ਗੱਲ ਜਾਣਨ ਦੀ ਕੋਸ਼ਿਸ਼ ਕਰਾਂਗੇ। ਔਰ ਇਸ ਤੋਂ ਇਲਾਵਾ ਜਿਹੜੀ ਹੈ ਨਸ਼ੇ ਨੂੰ ਬੰਦ ਕਰਨ ਦੀ ਬਹੁਤ ਚਰਚਾ ਹੈ। ਭਗਵੰਤ ਮਾਨ ਮੁੱਖ ਮੰਤਰੀ ਨੇ ਵੱਡੇ ਅਧਿਕਾਰੀਆਂ ਨਾਲ, ਪੁਲਿਸ ਦੇ ਵੱਡੇ ਅਧਿਕਾਰੀਆਂ ਨਾਲ, ਐਸਐਸਪੀ ਨਾਲ, ਡੀਸੀਜ਼ ਨਾਲ ਮੀਟਿੰਗ ਕੀਤੀ ਸੀ ਔਰ ਕਹਿੰਦੇ ਕਿ ਮੀਟਿੰਗ ਦੇ ਵਿੱਚ ਬਹੁਤ ਸਖਤ ਸੀਗੇ ਭਗਵੰਤ ਮਾਨ। ਉਹਨਾਂ ਦਾ ਕਥਨ ਸੀ ਕਿ ਨਸ਼ਾ ਹਰ ਹਾਲਤ ਵਿੱਚ ਰੁਕਣਾ ਚਾਹੀਦਾ ਹੈ, ਕਿਉਂਕਿ ਪਿਛਲੇ ਦਿਨੀ ਲਗਾਤਾਰ ਓਵਰਡੋਜ਼ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਸੀ। ਲਗਾਤਾਰ ਇੱਕ ਦਿਨ 'ਚ 4-4 ਮੌਤਾਂ, ਇਹ ਬਰਦਾਸ਼ਤਯੋਗ ਨਹੀਂ ਸੀ। ਪਰ ਸਵਾਲ ਇਸ ਗੱਲ ਦਾ ਹੈ ਕਿ ਜਿਨ੍ਹਾਂ ਤੇ ਨਸ਼ਾ ਰੋਕਣ ਦੀ ਮੁਹਿੰਮ ਨਿਰਭਰ ਕਰਦੀ ਹੈ, ਯਾਨੀ ਪੁਲਿਸ ਦੇ ਉੱਤੇ ਖੁਦ ਦੋਸ਼ ਨੇ ਕਿ ਪੁਲਿਸ ਦੀ ਮਿਲੀ ਭੁਗਤ ਨਾਲ ਬਹੁਤੀਆਂ ਥਾਵਾਂ ਤੇ ਨਸ਼ਾ ਵਿਕ ਰਿਹਾ ਹੈ। ਇਹਦੇ ਤੇ ਚਰਚਾ ਕਰਾਂਗੇ ਕਿ ਸਰਕਾਰ ਦੀ ਮੁਹਿੰਮ ਕਾਮਯਾਬ ਹੋ ਜਾਵੇਗੀ। ਔਰ ਇਸ ਤੋਂ ਇਲਾਵਾ ਜਿਹੜੀਆਂ ਵੱਡੀਆਂ ਖਬਰਾਂ ਨੇ ਉਹ ਨੇ ਨਿਆਂਪਾਲਕਾਂ ਨਾਲ ਸੰਬੰਧਿਤ। ਤਾਜ ਮਹਿਲ ਨੂੰ ਖੋਲ ਕੇ 22 ਕਮਰੇ ਖੋਲਣ ਦੀ ਮੰਗ ਕੀਤੀ ਗਈ ਸੀ ਔਰ ਕਿਹਾ ਗਿਆ ਸੀ ਕਿ ਅਸੀਂ ਇਸ ਦਾ ਸਰਵੇਖਣ ਕਰਾਉਣਾ ਹੈ। ਇਹ ਜਿਵੇਂ ਕਿ ਪਿਛਲੇ ਸਮੇਂ ਤੋਂ ਹਿੰਦੂ ਜਥੇਬੰਦੀਆਂ ਕੁਝ ਕਰ ਰਹੀਆਂ ਜਾਂ ਇਹ ਵਿਚਾਰਧਾਰਾ ਜਿਸ ਤਰ੍ਹਾਂ ਦੇ ਕਾਰਜ ਕਰ ਰਹੀ ਹੈ ਉਹਦਾ ਇਹ ਹਿੱਸਾ ਸੀ। ਪਰ ਲਖਨਊ ਦੀ ਇੱਕ ਬੈਂਚ ਨੇ, ਜੱਜਾਂ ਨੇ ਬਹੁਤ ਸਖਤ ਟਿੱਪਣੀ ਕੀਤੀ। ਉਹਨਾਂ ਕਿਹਾ ਕਿ ਕੱਲ ਨੂੰ ਤੁਸੀਂ ਕਹੋਗੇ ਕਿ ਬੈਂਚ ਦਾ ਜੱਜਾਂ ਦੇ ਕੈਬਨ ਖੋਲਣੇ ਹੈ, ਇਹਦਾ ਸਰਵੇ ਕਰਾਉਣੇ ਹੈ, ਇਹ ਕੀ ਤੁਕ ਬਣਦੀ ਹੈ। ਔਰ ਇਸ ਤੋਂ ਇਲਾਵਾ ਇੱਕ ਜਿਹੜਾ ਹੋਰ ਮਹੱਤਵਪੂਰਨ ਮਾਮਲਾ ਹੈ ਉਹ ਹੈ ਗਿਆਨ ਵਿਆਪੀ ਮਸਜਿਦ ਦਾ। ਇਸ ਦੀ ਵੀ ਸਰਵੇ ਦੀ ਮੰਗ ਕੀਤੀ ਗਈ ਸੀ, ਲੇਕਿਨ ਇਸ ਦੀ ਮੰਗ ਨੂੰ ਕੁਝ ਸਵੀਕਾਰ ਕਰਦਿਆਂ 2 ਦਿਨ ਦਾ ਸਮਾਂ ਦਿੱਤਾ। 2 ਦਿਨਾਂ 'ਚ ਤੁਸੀਂ ਕਰ ਲਓ ਔਰ ਇਸ ਦੀ 17 ਮਈ ਤੱਕ ਰਿਪੋਰਟ ਜਿਹੜੀ ਹੈ ਉਹ ਦਾਖਲ ਕਰੋ। ਇਹਦੀ ਥੋੜੀ ਇਜਾਜ਼ਤ ਦਿੱਤੀ ਗਈ ਹੈ। ਪਰ ਨਾਲ ਦੇ ਨਾਲ ਇੱਕ ਹੋਰ ਜਿਹੜੀ ਮਹੱਤਵਪੂਰਨ ਖਬਰ ਹੈ ਉਹ ਧਰਮ ਸੰਸਦ ਨੂੰ ਲੈ ਕੇ ਹੈ। ਸੁਪਰੀਮ ਕੋਰਟ ਨੇ ਬੜੀਆਂ ਸਖਤ ਟਿੱਪਣੀਆਂ ਕੀਤੀਆਂ। ਸੁਪਰੀਮ ਕੋਰਟ ਨੂੰ ਇਸ ਗੱਲ ਦਾ ਫਿਕਰ ਹੈ ਕਿ ਧਰਮ ਸੰਸਦ ਨਾਲ ਫਿਰਕੂ ਮਾਹੌਲ ਜਿਹੜਾ ਆ ਉਹ ਖਰਾਬ ਹੁੰਦਾ ਹੈ। ਉਹ ਸੁਪਰੀਮ ਕੋਰਟ ਦੀ ਇਸ ਗੱਲ ਤੇ ਚਿੰਤਾ ਪ੍ਰਗਟਾਉਣੀ ਇਹ ਬਹੁਤ ਮਹੱਤਵਪੂਰਨ ਇੱਕ ਚਰਚਾ ਹੈ, ਇੱਕ ਖਬਰ ਹੈ। ਇਹਦੇ ਤੇ ਵੀ ਗੱਲ ਕਰਾਂਗੇ। ਪਰ ਸਭ ਤੋਂ ਪਹਿਲਾਂ ਅਸੀਂ ਪੰਜਾਬ ਦੀ ਥੋੜੀ ਗੱਲ ਕਰਨੀ ਚਾਹੁੰਦੇ ਹਾਂ। ਡਾਕਟਰ ਪਿਆਰਾ ਲਾਲ ਗਰਗ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਇਹ ਇਤਿਹਾਸਕ ਬਜਟ ਕਿਵੇਂ ਬਣ ਸਕਦਾ ਹੈ। ਮੈਂ ਚਾਹੂੰਗਾ ਕਿ ਆਪਾਂ ਥੋੜੀ ਸਮੇਂ 'ਚ ਗੱਲ ਨਿਬੇੜੀਏ ਕਿਉਂਕਿ ਸਮਾਂ ਬਹੁਤ ਘੱਟ ਹੋਏਗਾ ਆਪਣੇ ਕੋਲ। ਦੇਖੋ, ਬਜਟ ਇਤਿਹਾਸਕ ਬਣਾਉਣ ਵਾਸਤੇ ਇਹਨਾਂ ਨੇ ਕਿਤਾਬ ਦੇ ਵੱਲੋਂ ਇਹ ਕਿਹਾ ਹੈ ਕਿ ਅਸੀਂ ਅਖਬਾਰਾਂ 'ਚ ਦਿੱਤਾ ਕਿ ਸਾਡੇ ਕੋਲ ਤੁਸੀਂ ਰਾਏ ਭੇਜੋ। ਬਹੁਤ ਸਾਰੇ ਲੋਕਾਂ ਨੇ ਰਾਏ ਭੇਜੀ ਹੈ। ਕਈਆਂ ਦਾ ਏਦਾਂ ਰਾਏ ਮੰਗਣ ਦਾ ਕੋਈ ਫਾਇਦਾ ਨਹੀਂ। ਪਰ ਮੈਨੂੰ ਇਹ ਲੱਗਦਾ ਹੈ ਵੀ 2 ਗੱਲਾਂ ਹੁੰਦੀਆਂ ਨੇ, ਇੱਕ ਮਹਾਰਤ ਹੁੰਦੀ ਹੈ, ਇੱਕ ਆਮ ਲੋਕਾਂ ਦੀ ਜਿਹੜੀ ਮਰਜ਼ੀ ਹੈ ਇਹੋ ਜਿਹੀ ਆ, ਉਹ ਕੀ ਸੋਚਦੇ ਨੇ ਉਹ ਜਾਣਨਾ ਹੁੰਦਾ ਬਜਟ ਬਣਾਉਣ ਵੇਲੇ। ਸੋ ਜਿਹੜੀ ਇਹਨਾਂ ਨੇ ਇਹ ਐਡਵਰਟਾਈਜ਼ ਕਰਿਆ ਉਹ ਜਾਣਨ ਵਾਸਤੇ ਕਿ ਲੋਕਾਂ ਦੀ ਮਰਜ਼ੀ ਕੀ ਹੈ। ਉਹਦੇ 'ਚ ਕਿਸੇ ਮਾਹਰ ਨੂੰ ਵੈਸੇ ਨਾ ਨਹੀਂ ਕਰੀ ਹੋਈ, ਭਾਵੇਂ ਕਿ ਉਹ ਮਰਜ਼ੀ ਨੂੰ ਐਨਾਲਾਈਜ਼ ਕਰਨਾ, ਉਹਦਾ ਵਿਸ਼ਲੇਸ਼ਣ ਕਰਨਾ, ਉਹਦੇ ਉੱਤੇ ਸੋਚਣਾ ਕਾਫੀ ਟਾਈਮ ਲੱਗਦਾ ਹੈ। ਪਰ ਮੈਨੂੰ ਲੱਗਦਾ ਵੀ ਇਹ ਇੱਕ ਚੰਗੀ ਪਹਿਲ ਹੈ, ਕਿਉਂਕਿ ਕਾਨੂੰਨ ਵੀ ਹਮੇਸ਼ਾ ਇਹ ਕਰਿਆ ਜਾਂਦਾ ਹੈ ਕਿ ਜਿਹੜਾ ਵੀ ਕਾਨੂੰਨ ਤੁਸੀਂ ਬਣਾਉਣਾ ਉਸ ਨੂੰ ਤੁਸੀਂ ਵੈਬਸਾਈਟ 'ਤੇ ਪਾਓ, ਲੋਕਾਂ ਦੀ ਕਚਹਿਰੀ 'ਚ ਰੱਖੋ ਤਾਂ ਕਿ ਲੋਕ ਉਹਦੇ 'ਤੇ ਆਪਦੀ ਟਿੱਪਣੀ ਦੇਣ। ਦੂਜਾ ਇਹਦੇ ਵਿੱਚ ਇਹ ਹੈ ਵੀ ਬਜਟ ਇਹ ਇਤਿਹਾਸਕ ਬਣ ਸਕਦਾ ਹੈ। ਮੈਨੂੰ ਨਹੀਂ ਪਤਾ ਜਾਂ ਨਹੀਂ ਬਣੂਗਾ, ਮੈਂ ਉਮੀਦ ਕਰਨਾ ਕਿ ਬਣ ਸਕਦਾ ਹੈ ਤੇ ਬਣਾਉਣਗੇ। ਉਹ ਇਹ ਹੈ ਕਿ ਪਿਛਲੇ ਦਿਨਾਂ ਦੇ ਜਿਹੜੇ ਸਰਕਾਰ ਦੇ ਤੇਵਰ ਨੇ ਉਹ 'ਚ 100 ਨੁਕਸ ਹੋ ਸਕਦੇ ਨੇ, ਪਰ ਕੋਸ਼ਿਸ਼ ਉਹਦੀ ਇਹ ਹੈ ਕਿ ਅਸੀਂ ਓਨੈਸਟਲੀ ਕੋਈ ਕੰਮ ਕਰਕੇ ਦਿਖਾਈਏ।
ਕਰ ਸਕਦੇ ਨੇ, ਨਹੀਂ ਕਰ ਸਕਦੇ ਤਾਂ ਸਮਾਂ ਹੀ ਦੱਸੇਗਾ, ਕਿਉਂਕਿ ਅਜੇ ਤਾਂ ਇੱਛਾਵਾਂ ਉਹਨਾਂ ਦੀਆਂ ਤੇ ਕੁਝ ਸਟੈਪ ਉਹਨਾਂ ਦੇ ਹੈਗੇ। ਉਹਦੇ ਵਿੱਚ ਜਿਹੜੀ ਮੋਟੀ ਗੱਲ ਇਹ ਹੈ ਕਿ ਬਜਟ ਦੇ ਵਿੱਚ ਬਾਕੀ ਬਰੀਕੀਆਂ ਤਾਂ ਆਪੇ ਕਿਤਾਬਾਂ 'ਚ ਲਿਖੀਆਂ ਜਾਂਦੀਆਂ ਨੇ, ਕਿਹਨੂੰ ਕਿੱਥੇ ਪੈਸੇ ਕਿੰਨੇ ਦਿੱਤੇ ਕਿੰਨੇ। ਮੋਟੀ ਗੱਲ ਕਿ ਤੁਸੀਂ ਭ੍ਰਿਸ਼ਟਾਚਾਰ ਕਿਵੇਂ ਘਟਾਉਣੇ ਹੋ, ਖਤਮ ਤਾਂ ਹੋਣਾ ਨਹੀਂ ਅਜੇ ਤਾਂ। ਦੂਜਾ, ਤੁਸੀਂ ਜਿਹੜੇ ਮਾਫੀਆ ਰਾਜ ਹੈ ਉਹਨੂੰ ਘਟਾ ਕੇ ਪੈਸਾ ਕਿਵੇਂ ਇਕੱਠਾ ਕਰਦੇ ਹੋ, ਯਾਨੀ ਕਿ ਪੈਸਾ ਕਿੱਥੋਂ ਇਕੱਠਾ ਕਰਦੇ ਹੋ। ਟੈਕਸ ਦਾ ਕੋਈ ਲਾਣਾ ਨਹੀਂ, ਤੁਸੀਂ ਕਹਿਤਾ ਵੀ ਅਸੀਂ ਕੋਈ ਟੈਕਸ ਨਹੀਂ ਲਾਣਾ, ਕਿਉਂਕਿ ਤੁਸੀਂ ਹਰੇਕ ਚੀਜ਼ 'ਤੇ ਪਹਿਲਾਂ ਹੀ ਟੈਕਸ ਦੇ ਰਹੇ ਹੋ। ਇਹ ਸੱਚ ਹੀ ਹੈ। ਪ੍ਰਤੀ ਵਿਅਕਤੀ ਟੈਕਸ 16,333 ਰੁਪਏ ਹੈ, ਜਿਹੜਾ ਸਿੱਧੇ ਟੈਕਸ ਨੇ। ਸਿੱਧੇ ਟੈਕਸ ਦਾ ਸਾਰੀ 75 ਰੁਪਏ ਨੇ। ਸੋ ਇਸ ਕਰਕੇ ਟੈਕਸ ਤਾਂ ਪਹਿਲਾਂ ਹੀ ਲੋਕ ਦੇ ਰਹੇ ਨੇ, ਸੱਚ ਹੈ। ਤੇ ਟੈਕਸਾਂ ਦੀ ਜਿਹੜੀ ਲੀਕ ਹੋ ਰਹੀ ਹੈ ਉਹਨੂੰ ਰੋਕਣ ਵਾਸਤੇ, ਤੇ ਜਿਹੜੀ ਚੋਰੀ ਹੋ ਰਹੀ ਹੈ ਜਾਂ ਜਿਹੜਾ ਟੈਕਸ ਦਿੱਤਾ ਨਹੀਂ ਜਾਂਦਾ, 2 ਨੰਬਰ 'ਚ ਵਿਕ ਰਿਹਾ ਸਾਰਾ ਕੁਛ। ਇੱਥੇ ਚੰਡੀਗੜ੍ਹ 'ਚ ਵਿਕ ਰਿਹਾ, ਤੁਸੀਂ ਬਿਨਾਂ ਪਰਚੀ ਦੇ ਜਿੰਨਾ ਮਰਜ਼ੀ ਮਾਲ ਲਈ ਜਾਓ। ਸੋ ਉਹਦੇ ਵਿੱਚ ਇੱਕ ਗੱਲ, ਤੁਹਾਡੀ ਆਵਾਜ਼ ਬੰਦ ਹੋ ਗਈ। ਹੈਲੋ ਆਵਾਜ਼, ਹੈਲੋ, ਮੇਰੇ ਵੱਲੋਂ ਤਾਂ ਠੀਕ ਹੈ, ਤੁਹਾਡੇ ਵੱਲ ਹੀ ਭਾਵਾਂ। ਹੁਣ ਆਪਾਂ ਦੁਬਾਰਾ ਸ਼ੁਰੂ ਕਰ ਰਹੇ ਹਾਂ। ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਹਾਂ ਮਦਨਦੀਪ, ਤੁਸੀਂ ਦੇਖ ਰਹੇ ਹੋ ਪੀਟੀਵੀ ਇੰਡੀਆ। ਮੇਰੇ ਨਾਲ 2 ਵੱਡੇ ਵਿਦਵਾਨ ਜੁੜੇ ਹੋਏ ਨੇ, ਡਾਕਟਰ ਪਿਆਰਾ ਲਾਲ ਗਰਗ ਔਰ ਡਾਕਟਰ ਮੁਹੰਮਦ ਖਾਲਦ ਸਾਹਿਬ। ਤੁਹਾਡਾ ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਸ਼ੁਕਰੀਆ, ਮਿਹਰਬਾਨੀ ਜੀ, ਥੈਂਕ ਯੂ। ਕੁਝ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਨੀ ਹੈ। ਪਹਿਲੀ ਖਬਰ ਜਿਹੜੀ ਹੈ ਉਹ ਪੰਜਾਬ ਤੋਂ ਹੈ। ਪੰਜਾਬ ਬਜਟ ਤਿਆਰ ਕਰਨ ਜਾ ਰਿਹਾ ਹੈ ਔਰ ਪੰਜਾਬ ਦੇ ਬਜਟ ਨੂੰ ਇਤਿਹਾਸਕ ਬਣਾਉਣ ਦੀ ਸਰਕਾਰ ਵੱਲੋਂ ਕੋਸ਼ਿਸ਼ ਹੈ ਔਰ ਇਸ ਦੀ ਕਾਫੀ ਚਰਚਾ ਕੀਤੀ ਜਾ ਰਹੀ ਹੈ। ਦੂਜੀ ਖਬਰ ਹੈ ਪੰਜਾਬ ਦੇ ਅੰਦਰੋਂ ਨਸ਼ਿਆਂ ਨੂੰ ਖਤਮ ਕਰਨਾ, ਔਰ ਭਗਵੰਤ ਮਾਨ ਨੇ ਕੱਲ ਐਸਐਸਪੀਜ਼ ਔਰ ਡੀਸੀਜ਼ ਨਾਲ ਮੀਟਿੰਗ ਕਰਕੇ ਕਹਿੰਦੇ ਕਿ ਬੜਾ ਸਖਤ ਰਵੱਈਆ ਅਪਣਾਇਆ ਸੀ ਔਰ ਜਵਾਬਦੇਹੀ ਜਿਹੜੀ ਹੈ ਉਹ ਨਿਸ਼ਚਿਤ ਕਰਨ ਲਈ, ਉਹ ਤੈਅ ਕਰਨ ਦੀ ਗੱਲ ਕਹੀ ਗਈ ਹੈ। ਮੁਹਿੰਮ ਜਿਹੜੀ ਹੈ ਸਰਕਾਰ ਦੀ ਨਸ਼ੇ ਨੂੰ ਖਤਮ ਕਰਨ ਦੀ ਪੁਲਿਸ ਦੇ ਉੱਤੇ ਨਿਰਭਰ ਹੈ ਔਰ ਪੁਲਿਸ ਦੇ ਉੱਤੇ ਖੁਦ ਇਸ ਤਰ੍ਹਾਂ ਦੇ ਦੋਸ਼ ਨੇ ਕਿ ਕਈ ਥਾਵਾਂ ਤੇ ਪੁਲਿਸ ਦੀ ਮਿਲੀ ਭੁਗਤਣ ਵਾਲੇ ਸਾਰਾ ਕੁਝ ਹੋ ਰਿਹਾ ਆ। ਇਸ ਸੰਬੰਧ 'ਚ ਗੱਲ ਕਰਾਂਗੇ ਕਿ ਕਿਵੇਂ ਇਸ ਮੁਹਿੰਮ ਨੂੰ ਸਰਕਾਰ ਅੱਗੇ ਲੈ ਕੇ ਜਾਂਦੀ ਹੈ। ਔਰ ਦੂਜੀ ਜਿਹੜੀ ਵੱਡੀ ਖਬਰ ਹੈ ਉਹ ਹੈ ਨਿਆਂਪਾਲਿਕਾ ਨਾਲ ਸੰਬੰਧਿਤ। ਕੱਲ ਕੁਝ ਅਹਿਮ ਫੈਸਲੇ ਜਿਹੜੇ ਆ ਉਹ ਸਾਹਮਣੇ ਆਏ ਆ, ਅਹਿਮ ਟਿੱਪਣੀਆਂ ਆਈਆਂ ਨਿਆਂਪਾਲਿਕਾ ਦੀਆਂ ਸਾਹਮਣੇ, ਖਾਸ ਕਰਕੇ ਤਾਜ ਮਹਿਲ ਨੂੰ ਲੈ ਕੇ ਸਰਵੇ ਮੰਗਾ ਗਿਆ ਸੀ। 22 ਕਮਰੇ ਖੋਲਣ ਦੀ ਗੱਲ ਕਹੀ ਗਈ ਸੀ, ਮੰਗ ਕੀਤੀ ਗਈ ਸੀ ਲਖਨਊ ਅਦਾਲਤ ਤੋਂ, ਲੇਕਿਨ ਜੱਜ ਸਾਹਿਬਾਨਾਂ ਦੀ ਇੱਕ ਬੈਂਚ ਨੇ ਇਹਨੂੰ ਬਿਲਕੁਲ ਖਾਰਜ ਕਰਦਿਆਂ ਸਖਤ ਟਿੱਪਣੀ ਕੀਤੀ ਕਿ ਤੁਸੀਂ ਕੱਲ ਨੂੰ ਕਹੋਗੇ ਕਿ ਜੱਜਾਂ ਦੇ ਕੈਬਨ ਖੋਲ ਦਿਓ, ਇਹ ਕੋਈ ਗੱਲ ਬਣਦੀ ਹੈ। ਇਸ ਤੋਂ ਇਲਾਵਾ ਜਿਹੜਾ ਹੋਰ ਇੱਕ ਨਿਆਂਪਾਲਿਕਾ ਨਾਲ ਸੰਬੰਧਿਤ ਜਿਹੜੇ ਮਾਮਲਾ ਹੈ ਉਹ ਹੈ ਮਸਜਿਦ ਦਾ ਮਾਮਲਾ ਹੈ, ਗਿਆਨ ਵਿਆਪੀ ਮਸਜਿਦ ਦਾ। ਔਰ ਗਿਆਨ ਵਿਆਪੀ ਮਸਜਿਦ ਦੇ ਵਿੱਚ ਵੀ ਸਰਵੇ ਦੀ ਮੰਗ ਕੀਤੀ ਗਈ ਸੀ। ਇਹਦੀ ਥੋੜੀ ਇਜਾਜ਼ਤ ਦਿੱਤੀ ਹੈ ਅਦਾਲਤ ਨੇ, ਲੇਕਿਨ ਬਹੁਤ ਸੀਮਤ ਸਮਾਂ ਦਿੱਤਾ ਆ। ਇਸ ਤੋਂ ਅੱਗੇ ਇੱਕ ਹੋਰ ਜਿਹੜੀ ਵੱਡੀ ਖਬਰ ਹੈ ਉਹ ਇਹ ਆ ਕਿ ਸੁਪਰੀਮ ਕੋਰਟ ਨੇ ਧਰਮ ਸੰਸਦ ਦੇ ਉੱਤੇ, ਯਾਨੀ ਕਿ ਕੁਝ ਹਿੰਦੂ ਜਥੇਬੰਦੀਆਂ ਸਰਗਰਮ ਨੇ ਇਹਨਾਂ ਦਿਨਾਂ 'ਚ, ਜਿਵੇਂ ਜਿਵੇਂ 24 ਦੀਆਂ ਚੋਣਾਂ ਨੇੜੇ ਆ ਰਹੀਆਂ, ਧਰਮ ਸੰਸਦਾ ਹੋ ਰਹੀਆਂ, ਸੁਪਰੀਮ ਕੋਰਟ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਇਸ ਦੇ ਨਾਲ ਜਿਹੜਾ ਸਾਡਾ ਇੱਕ ਭਾਈਚਾਰਕ ਜਿਹੜਾ ਸਿਸਟਮ ਹੈ ਹਿੰਦੁਸਤਾਨ ਦੇ ਅੰਦਰ, ਜਿਹੜਾ ਇੱਕ ਫਿਰਕੂ ਮਾਹੌਲ ਹੈ ਉਸ ਨੂੰ ਖਰਾਬ ਕਰਨ ਦਾ ਇੱਕ ਯਤਨ ਹੋ ਸਕਦਾ ਹੈ, ਇਸ ਨਾਲ ਖਰਾਬ ਹੋ ਸਕਦਾ ਹੈ। ਸੁਪਰੀਮ ਕੋਰਟ ਦੀ ਜਿਹੜੀ ਇਹ ਟਿੱਪਣੀ ਹੈ ਇਹ ਬਹੁਤ ਧਿਆਨਯੋਗ ਹੈ। ਪਰ ਸਭ ਤੋਂ ਪਹਿਲਾਂ ਮੈਂ ਡਾਕਟਰ ਪਿਆਰਾ ਲਾਲ ਗਰਗ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗਾ ਕਿ ਕੀ ਬਜਟ ਨੂੰ ਇਤਿਹਾਸਕ ਬਣਾਇਆ ਜਾ ਸਕਦਾ ਹੈ, ਜਿਵੇਂ ਕਿ ਭਗਵੰਤ ਮਾਨ ਲਗਾਤਾਰ ਭਗਵੰਤ ਮਾਨ ਦੀ ਸਰਕਾਰ ਪ੍ਰਚਾਰ ਕਰ ਰਹੀ ਹੈ। ਜੀ ਡਾਕਟਰ ਸਾਹਿਬ। ਬਿਲਕੁਲ ਬਣਾਇਆ ਜਾ ਸਕਦਾ ਜੀ। ਪਹਿਲਾ ਸਟੈਪ ਇਹਨਾਂ ਨੇ ਲਿਆ ਵੀ ਲੋਕਾਂ ਦੇ ਵਿੱਚ ਜਾ ਕੇ ਪੁੱਛ ਲਓ ਕੀ ਹੈ। ਕਈਆਂ ਦਾ ਵਿਚਾਰ ਹੈ ਕਿ ਪੁੱਛਣ ਦਾ ਕੋਈ ਬਹੁਤਾ ਫਾਇਦਾ ਨਹੀਂ, ਮਹਾਰਾਜ ਨੂੰ ਪੁੱਛਣਾ ਚਾਹੀਦਾ ਸੀ, ਪਰ ਮੈਨੂੰ ਲੱਗਦਾ ਲੋਕ ਰਾਏ ਵੀ ਜ਼ਰੂਰੀ ਹੁੰਦੀ ਹੈ, ਕਿਉਂਕਿ ਲੋਕਾਂ ਦਾ ਆਪਦਾ ਇੱਕ ਵਿਚਾਰ ਹੁੰਦਾ, ਉਹਦੇ ਨਾਲ ਪਾਪੂਲਰ ਵਿਲ ਵੀ ਬਣਦੀ ਹੈ ਤੇ ਉਹਨਾਂ ਦਾ ਵਿਚਾਰ ਵੀ ਹੁੰਦਾ, ਉਹਦਾ ਵਿਸ਼ਲੇਸ਼ਣ ਹੁੰਦਾ ਨਹੀਂ ਹੁੰਦਾ, ਇਹ ਸਮਾਂ ਦੱਸੇਗਾ ਕਿੰਨਾ ਕੁ ਹੁੰਦਾ। ਦੂਜੀ ਗੱਲ ਇਹ ਹੈ ਵੀ ਇਤਿਹਾਸਕ ਬਣ ਸਕਦਾ ਹੈ ਜੇ ਬਣਾਉਣ ਦੇ ਇਹਨਾਂ ਦੀ ਇੱਛਾ ਤਾਂ ਲੱਗਦੀ ਹੈ, ਪਰ ਜੇ ਬਣਾਉਣ ਦੇ ਤੌਰ ਤਰੀਕੇ ਵੀ, ਕਦੀ ਇੱਛਾ ਨਹੀਂ ਕੰਮ ਕਰਦੀ, ਨਾਲ ਤੌਰ ਤਰੀਕੇ ਕਰਨੇ ਪੈਂਦੇ ਨੇ। ਉਹ ਤੌਰ ਤਰੀਕਿਆਂ 'ਚ ਇਹ ਹੈ ਕਿ ਤੁਸੀਂ ਅੱਜ ਪੈਸਾ ਇਕੱਠਾ ਕਰੇ ਤੋਂ ਬਗੈਰ ਸਰਕਾਰ ਨਹੀਂ ਚਲਾ ਸਕਦੇ। ਪੈਸਾ ਕਿਵੇਂ ਇਕੱਠਾ, ਟੈਕਸ ਤੁਸੀਂ ਕੋਈ ਲਾਉਣਾ ਨਹੀਂ, ਤਾਂ ਫਿਰ ਜਿਹੜੀ ਟੈਕਸ ਦੀ ਚੋਰੀ ਹੋ ਰਹੀ ਹੈ ਇੱਕ ਤਾਂ ਉਹਨੂੰ ਬਚਾਉਣਾ। ਦੂਜੀ ਗੱਲ ਜਿਹੜੇ ਮਾਫੀਆ ਰਾਜ ਰਾਹੀਂ ਟੈਕਸ ਬਿਲਕੁਲ ਹੀ ਖਤਮ ਦਿੱਤੀ ਨਹੀਂ ਜਾ ਰਹੇ, 2 ਨੰਬਰ 'ਚ ਹੀ ਕੰਮ ਚੱਲ ਰਿਹਾ, ਉਹਨੂੰ ਬਚਾਉਣਾ। ਤੇ ਤੀਜੀ ਗੱਲ ਇਹ ਹੈ ਵੀ ਜਿਹੜੇ ਥੋੜੇ ਫਾਲਤੂ ਖਰਚੇ ਹੋ ਰਹੇ ਨੇ ਉਹਨੂੰ ਘਟਾਉਣਾ। ਤੇ ਜੇ 3 ਗੱਲਾਂ ਦੇ ਉੱਤੇ ਬਹੁਤ ਸਾਰੀਆਂ ਪੋਸਟਾਂ ਤੇ ਲੋਕ ਤਨਖਾਹ ਵੀ ਲਈ ਜਾਂਦੇ, ਪੈਨਸ਼ਨਾਂ ਵੀ ਲਈ ਜਾਂਦੇ ਨੇ। ਇਹਨਾਂ ਨੇ ਤਨਖਾਹ ਪੈਨਸ਼ਨਾਂ ਕੁਛ ਤਾਂ ਬੰਦ ਕਰੀਆਂ ਨੇ, ਪਰ ਯੂਨੀਵਰਸਿਟੀਆਂ 'ਚ ਮੈਡੀਕਲ ਕਾਲਜਾਂ 'ਚ ਅਜੇ ਵੀ ਉਹੀ ਕੁਛ ਚੱਲੀ ਜਾ ਰਿਹਾ ਹੈ। ਇਸੇ ਤਰ੍ਹਾਂ ਯੂਨੀਵਰਸਿਟੀਆਂ ਦੇ ਪੈਸੇ ਦੇਈ ਜਾਂਦੇ ਨੇ, ਉੱਥੇ ਫਾਲਤੂ ਡਿਪਾਰਟਮੈਂਟ, ਫਾਲਤੂ ਕੰਮ ਜਿਹੜੇ ਨੇ ਉਹ ਰੋਕਣੇ, ਨਵੀਆਂ ਅਸਾਮੀਆਂ ਦੀ ਸਿਰਜਣਾ ਕਰਨੀ ਜਿੱਥੇ ਲੋੜ ਹੈ, ਜਿੱਥੇ ਫਾਲਤੂ ਪਈਆਂ ਨੇ
ਉਹਨਾਂ ਨੂੰ ਭਰਨ ਦੀ ਬਜਾਏ ਉਹਨਾਂ ਨੂੰ ਖਤਮ ਕਰਕੇ ਉਹਨੀਆਂ ਅਸਾਮੀਆਂ ਰਚਨਾ ਕਰਨੀ। ਇਸ ਤਰੀਕੇ ਨਾਲ ਕੈਡਰ ਮੈਨੇਜਮੈਂਟ, ਹੇਰਾਫੇਰੀ ਦਾ ਪੈਸਾ ਜਿਹੜਾ ਖਰਾਬ ਹੋ ਰਿਹਾ, ਜਿਹੜੀ ਮੁਫਤ ਦੀ ਤਨਖਾਹ ਲੈ ਰਹੇ ਨੇ ਲੋਕ, ਜਾ ਹੀ ਨਹੀਂ ਰਹੇ। ਕਈ ਜਗ੍ਹਾ ਤੇ ਇਹਨਾਂ ਨੇ ਚੈੱਕ ਕਰਕੇ ਦੇਖਿਆ, ਜਿੱਥੇ ਲੋੜ ਹੀ ਨਹੀਂ ਹੈ ਉੱਥੇ ਬੰਦਿਆਂ ਦੀਆਂ ਪੋਸਟਾਂ ਨੇ। ਖਾਲੀ ਪੋਸਟਾਂ ਇਹ ਬਹਾਨਾ ਨਾ ਲਾਉਣ ਕਿ ਇਹ ਪਈਆਂ ਨੇ ਖਾਲੀ ਤਾਂ ਉਦੋਂ ਕਿਸੇ ਜ਼ਮਾਨੇ 'ਚ ਸਿਰਜਤੀਆਂ ਜਾਂ ਸਰਕਾਰੀ ਕੰਮ ਹੁੰਦਾ ਸੀ। ਜੇ ਹੁਣ ਸਰਕਾਰੀ ਕੰਮ ਹੀ ਅੱਧਾ ਰਹੇਗਾ, ਬਾਕੀ ਪ੍ਰਾਈਵੇਟ ਚਲਾ ਗਿਆ, ਤਾਂ ਉਹਨੀਆਂ ਪੋਸਟਾਂ ਕਿਉਂ ਰੱਖੀਆਂ ਜਾਣ? ਪਰ ਜਿੱਥੇ ਕੁਝ ਨਵੇਂ ਡਿਪਾਰਟਮੈਂਟ ਬਣ ਗਏ, ਜਿੱਥੇ ਪੋਸਟਾਂ ਦੀ ਲੋੜ ਹੈ, ਉੱਥੇ ਕੱਚੇ ਕਿਉਂ ਰੱਖੇ ਜਾਣ, ਉੱਥੇ ਪੱਕੇ ਕਰੇ ਜਾਣ। ਇਹਦੇ ਨਾਲ ਇਹ ਬਜਟ ਇਤਿਹਾਸਕ ਹੋ ਸਕਦਾ ਜੀ। ਖਾਲਸਾ, ਮੈਂ ਤੁਹਾਡੀ ਵੀ ਇਹਦੇ ਤੇ ਟਿੱਪਣੀ ਚਾਹੂੰਗਾ। ਦੇਖੋ, ਇਦਾਂ ਹੈਗਾ ਕਿ ਜਿਹੜੀ ਗਵਰਨਮੈਂਟ ਨੇ ਅਨਾਉਂਸਮੈਂਟ ਕੀਤੀ ਹੈ ਕਿ ਕਿਸੇ ਤਰ੍ਹਾਂ ਦਾ ਅਸੀਂ ਟੈਕਸ ਨਹੀਂ ਲਾਵਾਂਗੇ, ਔਰ ਜਿਹੜੀ ਟੈਕਸ ਰਜੀਮ ਹੈ ਉਹਨੂੰ ਐਫੀਸ਼ੀਐਂਸੀ ਲਿਆਵਾਂਗੇ ਉਹਦੇ ਵਿੱਚ, ਤਾਂ ਕਿ ਟੈਕਸ ਪ੍ਰੋਪਰ ਕਲੈਕਟ ਹੋ ਸਕਣ। ਯਾਨੀ ਕਿ ਜਿਹੜੇ ਟੈਕਸ ਲੋਕ ਨਹੀਂ ਦਿੰਦੇ ਜਾਂ ਜੋ ਸਰਕਾਰੀ ਤੰਤਰ ਦੇ ਜਿਹੜੀਆਂ ਕੁਤਾਹੀਆਂ ਕਮੀਆਂ ਹੈਗੀਆਂ ਉਹਨੂੰ ਪੂਰਾ ਕਰਕੇ ਪਿਛਲਾ ਜਿਹੜਾ ਟੈਕਸ ਸਿਸਟਮ ਹੈ, ਐਗਜ਼ਿਸਟਿੰਗ ਟੈਕਸਿਸ ਜਿਹੜੇ ਹੈਗੇ ਆ ਉਹਨਾਂ ਨੂੰ ਹੀ ਸਟਰੈਂਥਨ ਕਰਨ ਦੀ ਇਹਨਾਂ ਨੇ ਗੱਲ ਕੀਤੀ ਹੈ। ਲੇਕਿਨ ਮੈਂ ਇਹਦੇ ਵਿੱਚ 2-3 ਗੱਲਾਂ ਐਡ ਕਰਾਂਗਾ। ਇੱਕ ਤਾਂ ਗੱਲ ਇਹ ਹੈਗੀ ਹੈ ਕਿ ਜਿਸ ਵੇਲੇ ਇਲੈਕਸ਼ਨ ਦਾ ਕੈਂਪੇਨ ਹੁੰਦਾ ਹੈ, ਉਹ ਇੱਕ ਮੰਥਨ ਹੁੰਦਾ ਹਰ ਤਰ੍ਹਾਂ ਦਾ ਸਰਕਾਰ ਦੇ ਕਮੀਆਂ ਦਾ, ਜਾਂ ਜੋ ਚਾਹੁੰਦੀ ਹੈ ਜਨਤਾ, ਉਹ ਜਨਤਾ ਦੀਆਂ ਜਿਹੜੀਆਂ ਇੱਛਾਵਾਂ ਭਾਵਨਾਵਾਂ ਹੁੰਦੀਆਂ ਉਹ ਇੱਕ ਤਾਂ ਕੈਂਪੇਨ ਦੇ ਵਿੱਚ ਆ ਜਾਂਦੀਆਂ, ਜਿਹੜੀਆਂ ਕਿ ਬਜਟ ਦੇ ਵਿੱਚ ਰਿਫਲੈਕਟ ਹੁੰਦੀਆਂ। ਦੂਸਰਾ, ਜਿੰਨੀਆਂ ਵੀ ਡਿਪਾਰਟਮੈਂਟਸ ਹੈਗੇ ਆ, ਸਾਰੇ ਡਿਪਾਰਟਮੈਂਟਸ ਨੂੰ ਪਤਾ ਹੈ ਕਿ ਸਾਡੀਆਂ ਕੀ ਸਟਰੈਂਥ ਹੈ, ਕੀ ਵੀਕਨੈਸ ਹੈ, ਕਿੱਥੇ ਮਤਲਬ ਬਜਟ ਦੇ ਵਿੱਚ ਉਹਦੀ ਪ੍ਰੋਵੀਜ਼ਨ ਕੀਤੀ ਜਾ ਸਕਦੀ ਹੈ। ਇਸ ਕਰਕੇ ਲੋਕਾਂ ਨੂੰ ਇਨਵੋਲਵ ਕੀਤਾ, ਠੀਕ ਹੈ, ਲੇਕਿਨ ਜ਼ਿਆਦਾਤਰ ਚੀਜ਼ਾਂ ਸਰਕਾਰਾਂ ਨੂੰ ਪਤਾ ਹੀ ਹੁੰਦੀਆਂ, ਐਮਐਲਏ ਨੂੰ ਵੀ ਪਤਾ ਹੁੰਦੀਆਂ। ਮੈਂ ਥੋੜੇ ਜਿਹੇ ਡਾਕਟਰ ਸਾਹਿਬ ਇੱਥੇ ਤੁਹਾਡੇ ਇੱਕ ਗੱਲ ਹੋਰ, ਮੈਂ ਇੱਕ ਹੋਰ ਵੀ ਟਿੱਪਣੀ ਲੈਣੀ ਚਾਹੁੰਦਾ ਹਾਂ ਜਿਹੜੀ ਬਹੁਤ ਜ਼ਰੂਰੀ ਹੈ। ਉਹ ਇਹ ਆ ਕਿ ਜਿਹੜੀਆਂ ਹਿਮਾਚਲ ਦੀਆਂ ਚੋਣਾਂ ਹੈ, ਉਹਦੇ ਮੱਦੇ ਨਜ਼ਰ ਪੰਜਾਬ ਦੇ ਉੱਤੇ ਜਿਹੜਾ ਹਿਮਾਚਲ ਦੇ ਵਿੱਚ ਚੋਣ ਪ੍ਰਚਾਰ ਕਰਨਾ ਹੈ, ਉਹਦਾ ਜਿਹੜਾ ਇੱਕ ਬੋਝ ਪੈ ਰਿਹਾ, ਵਿੱਤੀ ਬੋਝ ਪੈ ਰਿਹਾ ਪੰਜਾਬ ਦੇ ਉੱਪਰ। ਹਰ ਗੱਲ ਦੇ ਉੱਤੇ ਪ੍ਰਚਾਰ, ਹਰ ਗੱਲ ਦੇ ਉੱਪਰ ਜਿਹੜਾ ਹੈਗਾ ਇਸ਼ਤਿਹਾਰ, ਇਹ ਪੰਜਾਬ ਦੇ ਚੱਲ ਰਿਹਾ। ਜੇ ਤੁਸੀਂ ਬਜਟ ਬਣਾਉਣਾ ਹੈ, ਲੋਕ ਪੱਖੀ ਬਣਾਉਣਾ ਹੈ, ਤੁਸੀਂ ਲੋਕਾਂ ਤੋਂ ਰਾਏ ਤਾਂ ਮੰਗੋ, ਪਰ ਇਹਨੂੰ ਪ੍ਰਚਾਰ ਦਾ ਮਾਧਿਅਮ ਇਉਂ ਬਣਾਇਆ ਜਾ ਰਿਹਾ ਜਿਵੇਂ ਪੰਜਾਬ ਦੇ ਵਿੱਚ ਚੋਣਾਂ ਹੋਣ। ਇਸੇ ਤਰ੍ਹਾਂ ਕਈ ਮੁੱਦੇ ਹੋਰ ਵੀ ਨੇ ਜੀ। ਦੇਖੋ, ਏਦਾਂ ਹੈਗਾ ਮਦਨਦੀਪ ਜੀ ਕਿ ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ ਹਨ, ਚਾਹੇ ਉਹ ਜਾ ਕੇ ਪੰਜਾਬ ਦੇ ਚੀਫ ਮਿਨਿਸਟਰ ਨੂੰ ਗੁਜਰਾਤ ਦੇ ਵਿੱਚ ਲਿਜਾਇਆ ਜਾਵੇ ਜਾਂ ਹਿਮਾਚਲ ਦੇ ਵਿੱਚ ਲਿਜਾਇਆ ਜਾਵੇ, ਜਾਂ ਇਹ ਕਿਹਾ ਜਾਵੇ ਕਿ ਕਿਉਂਕਿ ਦਿੱਲੀ ਦੇ ਟੀਚਰ ਫਿਨਲੈਂਡ ਟ੍ਰੇਨਿੰਗ ਲੈ ਕੇ ਆਏ ਥੇ, ਅਸੀਂ ਵੀ ਟੀਚਰਾਂ ਨੂੰ ਫਿਨਲੈਂਡ ਟ੍ਰੇਨਿੰਗ ਲੈ ਕੇ ਭੇਜਾਂਗੇ, ਚਾਹੇ ਉਹਦੀ ਲੋੜ ਹੈ ਜਾਂ ਨਹੀਂ ਹੈ, ਕਿੰਨੀ ਕੁ ਹੈ ਜਾਂ ਨਹੀਂ ਹੈ। ਐਕਸਪਰਟਸ ਨੇ ਕੋਈ ਗੱਲ ਨਹੀਂ ਕਹੀ, ਤੁਸੀਂ ਹਿਊਸਟਨ ਦਾ ਨਾਂ ਲੈ ਦਿਓ, ਤੁਸੀਂ ਹੋਰ ਨਾਂ ਲੈ ਦਿਓ। ਇਹ ਜਿਵੇਂ ਕਿ ਕਈ ਬੰਦੇ ਕਹਿੰਦੇ ਸੀਗੇ ਜੀ ਕਿ ਅਸੀਂ ਟੋਕੀਓ ਬਣਾ ਦਿਆਂਗੇ ਸ਼ਹਿਰ ਨੂੰ, ਅਸੀਂ ਲੰਡਨ ਬਣਾ ਦਿਆਂਗੇ। ਇਹ ਗੱਲਾਂ ਜਿਹੜੀਆਂ ਹੈਗੀਆਂ ਇਹ ਰੈਟਰਿਕ ਹੈ, ਇਹਦੀ ਜ਼ਮੀਨ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨਹੀਂ ਹਨ। ਦੂਸਰੀ ਤੁਸੀਂ ਗੱਲ ਕੀਤੀ ਹੈ ਕਿ ਜਿਸ ਵੇਲੇ ਤੁਸੀਂ ਪੰਜਾਬ ਸਟੇਟ ਦੇ ਟੈਕਸ ਪੇਅਰ ਦੇ ਪੈਸੇ ਦੇ ਉੱਪਰ ਹੈਲੀਕਾਪਟਰ ਘਮਾਓਗੇ ਇੱਧਰ ਉੱਧਰ, ਤਾਂ ਪੈਸਾ ਤਾਂ ਪੰਜਾਬ ਸਟੇਟ ਦਾ ਹੀ ਖਰਚ ਹੁੰਦਾ ਹੈ। ਦੂਸਰੇ ਪਾਸੇ ਤੁਸੀਂ ਕਹੋ ਜੀ ਕਿ ਅਸੀਂ ਜਿਹੜਾ ਹੈਗਾ ਟੈਕਸ ਕਲੈਕਸ਼ਨ ਨੂੰ ਐਫੀਸ਼ੀਐਂਟ ਬਣਾਵਾਂਗੇ, ਤੁਸੀਂ ਇਹ ਸੁਨਿਸ਼ਚਿਤ ਕਰੋ ਤੁਹਾਨੂੰ ਜੀਐਸਟੀ ਟਾਈਮ ਤੇ ਆਉਂਦਾ ਕਿ ਨਹੀਂ ਆਉਂਦਾ। ਜੀਐਸਟੀ ਟਾਈਮ ਤੇ ਨਹੀਂ ਆਇਆ, ਤੁਹਾਡੀਆਂ ਸਾਰੀਆਂ ਬਜਟ ਕੈਲਕੂਲੇਸ਼ਨਸ ਵਿਗੜ ਕੇ ਰਹਿ ਜਾਣਗੀਆਂ। ਇਹਨਾਂ ਸਭ ਚੀਜ਼ਾਂ ਨੂੰ ਵੀ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੈ। ਬੇਸ਼ੱਕ ਅਸੀਂ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਲੋਕਾਂ ਤੋਂ ਇੱਕ ਰਾਏ ਲੈਤੀ, ਲੇਕਿਨ ਉਹ ਰਾਏ ਜਿਹੜੀ ਹੈਗੀ ਹੈ ਉਹ ਥਰੂ ਐਡਵਰਟੀਜ਼ਮੈਂਟ ਜਿਹਦੇ ਵਿੱਚ ਲੱਖਾਂ ਰੁਪਇਆ ਖਰਚ ਹੁੰਦਾ ਹੈ, ਉਹਦੀ ਬਜਾਏ ਇੱਕ ਅਪੀਲ ਵੀ ਮਤਲਬ ਜਿਹੜੀ ਹੈਗੀ ਹੈ ਇੱਕ ਨਿਊਜ਼ ਦੇ ਰੂਪ ਦੇ ਵਿੱਚ ਵੀ ਜਾ ਸਕਦੀ ਹੈ, ਲੋਕਾਂ ਤੱਕ ਤਾਂ ਖਬਰ ਪਹੁੰਚ ਹੀ ਜਾਂਦੀ ਹੈ। ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਹੈ। ਇਹਨਾਂ ਚੀਜ਼ਾਂ ਤੋਂ ਵੀ ਸਰਕਾਰ ਨੂੰ ਪਰਹੇਜ਼ ਕਰਨਾ ਚਾਹੀਦਾ ਹੈ, ਬਜਾਏ ਇਸ ਦੇ ਕਿ ਜੀ ਕਿੱਥੇ ਸਾਨੂੰ ਲੋੜ ਹੈ ਪੈਸੇ ਦੇਣ ਦੀ, ਕਿੱਥੇ ਨਹੀਂ। ਆਪਣਾ ਜਿਹੜਾ ਖਰਚੇ ਹੈ ਉਹਨਾਂ ਦੇ ਉੱਪਰ ਵੀ ਆਡਿਟ ਕਰਨ ਦੀ, ਸੈਲਫ ਆਡਿਟ ਕਰਨ ਦੀ ਲੋੜ ਹੈ। ਜੀ ਸਿੱਧੀ ਗੱਲ ਹੈ। ਬਜਟ ਦੇ ਵਿੱਚ ਜਿਹੜੇ ਪੰਜਾਬ ਨੂੰ ਜੋ ਕੁਝ ਚਾਹੀਦਾ, ਸਾਨੂੰ ਪਤਾ ਸਾਡੀਆਂ ਸਿਹਤ ਸੇਵਾਵਾਂ ਦੀ ਕੀ ਹਾਲਤ ਆ, ਉਹਦੇ ਲਈ ਕਿੰਨਾ ਪੈਸਾ ਰੱਖਣਾ ਆ, ਸਿੱਖਿਆ ਦਾ ਕੀ ਹੈ, ਸਾਡਾ ਸਕੂਲਾਂ ਦਾ ਕੀ ਹਾਲਤ ਹੈ, ਸਕੂਲਾਂ ਦੀ ਉਹਦੇ ਲਈ ਕਿੰਨਾ ਪੈਸਾ ਰੱਖਣਾ ਆ, ਬੇਰੁਜ਼ਗਾਰੀ ਕਿਵੇਂ ਦੂਰ ਕਰਨੀ ਹੈ। ਇਸ ਤਰ੍ਹਾਂ ਦੇ ਮੁੱਦੇ ਹੈਗੇ ਨੇ, ਔਰ ਇਹਨਾਂ ਨੂੰ ਜਿਹੜਾ ਹੈ ਪੂਰੀ ਤਰ੍ਹਾਂ ਸਰਕਾਰ ਵੀ ਜਾਣਦੀ, ਲੋਕ ਵੀ ਜਾਣਦੇ ਨੇ। ਪਰ ਅਗਲੀ ਖਬਰ ਜਿਹੜੀ ਹੈ ਉਧਰ ਵੱਧਦੇ ਆ। ਨਸ਼ਿਆਂ ਦੀ ਗੱਲ ਨੂੰ ਲੈ ਕੇ ਮੈਂ ਇਹਦੇ ਤੇ ਡਾਕਟਰ ਸਾਹਿਬ, ਡਾਕਟਰ ਕਰਨਲ ਗਰਗ ਤੋਂ ਇਹ ਗੱਲ ਸ਼ੁਰੂ ਕਰਨੀ ਚਾਹੁੰਦਾ, ਕਿਉਂਕਿ ਇਹਨਾਂ ਨੇ ਕਾਫੀ ਇਸ ਮੁਹਿੰਮ ਦੇ ਵਿੱਚ ਖੁਦ ਵੀ ਸ਼ਮੂਲੀਅਤ ਕੀਤੀ ਹੈ ਇਹਦੇ ਖਿਲਾਫ। ਡਾਕਟਰ ਸਾਹਿਬ,
ਕਿ ਨਸ਼ਿਆਂ ਦੀ ਮੁਹਿੰਮ ਸਰਕਾਰ ਦੀ ਕਾਮਯਾਬ ਹੋ ਸਕਦੀ ਹੈ? ਇਹਦੇ ਨਾਲ ਹੀ ਇੱਕ ਟਿੱਪਣੀ ਤੁਹਾਡੀ ਇਹ ਵੀ ਲੈਣੀ ਚਾਹਾਂਗੇ ਕਿ ਲੱਚਰ ਗੀਤਾ ਦੇ ਖਿਲਾਫ ਵੀ ਮੁੱਖ ਮੰਤਰੀ ਨੇ ਕਾਫੀ ਸਖਤੀ ਵਰਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਵੀ ਬਰਾਬਰ ਦੇ ਹਿੱਸੇਦਾਰ ਨੇ, ਇਹੋ ਜਿਹਾ ਜਿਹੜਾ ਸਮਾਜ ਦੇ ਵਿੱਚ ਗੰਦ ਫੈਲ ਰਿਹਾ ਉਹਦੇ 'ਚ ਗੰਦਗੀ ਹੋਰ ਪੈਦਾ ਕਰਦੇ ਨੇ। ਦੇਖੋ, ਨਸ਼ੇ, ਟੈਰਰਿਜ਼ਮ, ਅੱਤਵਾਦੀ ਕਾਰਵਾਈਆਂ ਅਤੇ ਲੱਚਰ ਗੀਤ, ਇਹ ਤਿੰਨੇ ਚਾਰੇ ਚੀਜ਼ਾਂ ਜੁੜੀਆਂ ਹੋਈਆਂ ਨੇ। ਔਰ ਇਹ ਇਹਨਾਂ ਚੋਂ ਜੇ ਅਸੀਂ ਅੱਤਵਾਦੀ ਕਾਰਵਾਈਆਂ ਨੂੰ ਛੱਡ ਦਈਏ ਤਾਂ ਦੋ ਚੀਜ਼ਾਂ ਤਾਂ ਉਸ ਵਕਤ ਜਦ ਪੰਜਾਬ 'ਚੋਂ ਟੈਰਰਿਜ਼ਮ ਖਤਮ ਹੋਇਆ ਉਸ ਵਕਤ ਇਹ ਦੋਸ਼ ਲੱਗਦੇ ਨੇ। ਉਸ ਵਕਤ ਦਾ ਜਿਹੜਾ DGP ਸੀ ਮਿਸਟਰ ਗਿੱਲ, ਉਸ ਨੇ ਸ਼ੁਰੂ ਕਰੇ ਸੀਗੇ ਕਿ ਉਹ ਜਿਹੜਾ ਇੱਕ ਗੀਤਕਾਰ ਹੈ ਬੜਾ ਵੱਡਾ ਮਸ਼ਹੂਰ ਪੰਜਾਬ ਦਾ, ਤੇ ਹਮੇਸ਼ਾ ਹੀ ਕ੍ਰਿਟਿਸਿਜ਼ਮ 'ਚ ਰਹਿੰਦਾ ਹੈ, ਪਰਸੀ 'ਚ ਰਹਿੰਦਾ ਹੈ, ਤੇ ਬ੍ਰੈਡ ਸਾਗ ਦੇ ਨਾਲ ਖਾਣ ਵਾਲਾ, ਉਹ ਜੇ ਬੰਦਿਆਂ ਨੇ ਗੀਤ ਲੱਚਰ ਸ਼ੁਰੂ ਕਰੇ ਸੀ। ਨਸ਼ਿਆਂ ਦਾ ਵੀ ਉਦੋਂ ਤੋਂ ਹੀ ਪ੍ਰਚਾਰ ਜ਼ਿਆਦਾ ਹੋਇਆ। ਉਦੋਂ ਪਹਿਲਾਂ ਨਸ਼ੇ ਇੰਨੇ ਨਹੀਂ ਸੀਗੇ ਪੰਜਾਬ 'ਚ, ਹਾਲਾਂਕਿ ਸਟੱਡੀਜ਼ ਹੋਈਆਂ 1981 'ਚ ਹੋਈਆਂ, ਮੈਡੀਕਲ ਕਾਲਜ ਫਰੀਦਕੋਟ ਦੀ ਡਾਕਟਰ ਜਸਵੰਤ ਸਿੰਘ ਨੇ ਸਟੱਡੀ ਕੀਤੀ ਸੀ, ਬੜੀ ਵੱਡੀ ਸਟੱਡੀ। ਸੋ ਨਸ਼ਿਆਂ ਦੇ ਬਾਰੇ ਇਹ ਗੱਲ ਮੋਟੀ ਇਹ ਹੈ ਕਿ ਜੇ ਨਸ਼ੇ ਤੁਸੀਂ ਖਤਮ ਕਰਨੇ ਨੇ ਤੇ ਠੀਕ ਹੈ, ਲੱਚਰ ਗੀਤਾਂ ਨੂੰ ਵੀ ਖਤਮ ਕਰੋ, ਚੰਗਾ, ਪਰ ਉਹਦੇ ਪੈਰ ਨੂੰ ਚੰਗਾ ਸਾਹਿਤ ਵੀ ਤਾਂ ਦਿਓ ਨਾ। ਲੋਕਾਂ ਨੇ ਸੁਣਨਾ ਤਾਂ ਹੈਗਾ, ਮਨੋਰੰਜਨ ਤਾਂ ਕਰਨਾ ਹੈ, ਫਿਰ ਤੁਸੀਂ ਚੰਗੇ ਪਾਸੇ ਦਾ ਮਨੋਰੰਜਨ ਕਰਾ ਕੇ ਦਿਖਾਓ। ਤੇ ਜੇ ਤੁਸੀਂ ਰੋਜ਼ ਹੀ ਕਰਫਿਊ ਲਾਈ ਰੱਖਣਾ, ਰੋਜ਼ ਹੀ ਤੁਹਾਡੇ ਇੱਥੇ ਝਗੜਾ ਪਈ ਜਾਣਾ, ਫਿਰ ਤਾਂ ਮਨੋਰੰਜਨ ਦਾ ਤਾਂ ਗੱਲ ਹੀ ਖਤਮ ਹੋ ਗਈ। ਸੋ ਇੱਕ ਤਾਂ ਇਹ ਹੈ। ਦੂਜਾ ਇਹ ਹੈ ਕਿ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਜਿੱਥੇ ਪੁਲਿਸ ਦੀ ਸਖਤੀ, ਉਹ ਬਹੁਤ ਵਧੀਆ ਸਟੈਪ ਹੈ ਕਿ ਪੁਲਿਸ ਵਾਲੇ ਵਿੱਚ ਰਲੇ ਹੋ ਸਕਦੇ ਨੇ। SHO ਨੂੰ ਤੇ SSP ਦੀ ਜ਼ਿੰਮੇਵਾਰੀ ਫਿਕਸ ਕਰੀ ਜਾਊਗੀ ਜੇ ਨਸ਼ੇ ਫੜੇ ਜਾਣਗੇ। ਇਹ ਸਾਰਾ ਕੁਝ ਕਿਹਾ, ਇਹ ਵਧੀਆ ਗੱਲ ਹੈ, ਪਰ ਜਿੰਨਾ ਚਿਰ ਲੋਕਾਂ ਨੂੰ ਨਾਲ ਸ਼ਾਮਲ ਨਹੀਂ ਕਰਿਆ ਜਾਂਦਾ ਉਹਨਾਂ ਚਿਰ ਸ਼ਾਇਦ ਇਹ ਮੁਹਿੰਮ ਹੈ ਜਿਹੜੀ ਇੱਕ ਲੈਵਲ ਤੇ ਜਾ ਕੇ, ਕਿਉਂਕਿ ਪੁਲਿਸ ਜਿਹੜੀ ਹੇਰਾਫੇਰੀ ਕਰੇਗੀ, ਪਿੰਡ ਦੇ ਲੋਕ ਸਫਰ ਕਰਦੇ ਨੇ, ਪੁਲਿਸ ਸਫਰ ਨਹੀਂ ਕਰਦੀ, ਪੁਲਿਸ ਦਾ ਪੈਸਾ ਬਣਾਉਂਦੀ ਹੈ। ਸੋ ਜਿਹੜਾ ਪੈਸਾ ਬਣਾਉਣ ਵਾਲਾ ਹੈ ਉਹਦੇ 'ਚ ਚੈੱਕ ਕਿਹਦਾ ਹੈ? ਸਰਕਾਰ ਦਾ। ਸਰਕਾਰ ਤਾਂ ਚੈੱਕ ਕਰ ਨਹੀਂ ਸਕਦੀ ਏਡਾ ਵੱਡਾ, ਕਹੀ ਜਾਵੇ 10 ਨੂੰ ਸਸਪੈਂਡ ਕਰ ਦੋ। ਆਹ ਹੁਣੀ CBI ਨੇ 4 ਬੰਦੇ ਆਪਦੇ ਸਸਪੈਂਡ ਕਰਨੇ ਇੱਥੋਂ ਚੰਡੀਗੜ੍ਹ ਤੋਂ ਨਜਾਇਜ਼ ਮੰਗਦੇ। ਸੋ ਚਾਰੇ ਹੀ ਜਿਹੜੇ ਮੈਜੋਰਟੀ ਕਮਿਊਨਿਟੀ ਆ ਉਹਨੂੰ ਬਿਲੋਂਗ ਕਰਦੇ ਨੇ, ਇਹ ਵੀ ਜੇ ਅਸੀਂ ਦੇਖੀਏ। ਸੋ ਇਸ ਕਰਕੇ ਲੋਕਾਂ ਦਾ ਚੈੱਕ ਜਿਹੜਾ ਹੈ ਉਹ, ਕਿਉਂਕਿ ਨਸ਼ੇੜੀ ਨੂੰ ਵੀ ਰੀਹੈਬਿਲਿਟੇਟ ਕਰਨਾ, ਨਸ਼ੇ ਵੇਚਣ ਵਾਲੇ ਨੂੰ ਵੀ ਰੋਕਣਾ, ਕਿ ਜਿਹੜੇ ਪਿੰਡ 'ਚ ਉਸ ਦਾ ਲਿੰਕ ਦਾ ਕੰਮ ਕਰਦੇ ਨੇ ਉਹਨਾਂ ਨੂੰ ਵੀ ਰੋਕਣਾ, ਇਹ ਸਾਰਾ ਕੁਛ ਹੈ ਜਿਹੜਾ ਇਹ ਲੋਕ ਕਮੇਟੀਆਂ ਕਰ ਸਕਦੀਆਂ ਨੇ, ਪੰਚਾਇਤਾਂ, ਗ੍ਰਾਮ ਸਭਾਵਾਂ ਕਰ ਸਕਦੀਆਂ ਨੇ, ਵਾਰਡ ਸਭਾਵਾਂ ਕਰ ਸਕਦੀਆਂ ਨੇ। ਸੋ ਇਹਨਾਂ ਨੂੰ ਵਾਰਡ ਸਭਾਵਾਂ ਨੂੰ ਰਿਵਾਈਵ ਕਰਨਾ ਪਏਗਾ, ਮੁੜ ਸੁਰਜੀਤ ਕਰਨਾ ਪਏਗਾ, ਗ੍ਰਾਮ ਸਭਾਵਾਂ ਨੂੰ ਤਕੜਾ ਕਰਨਾ ਪਏਗਾ, ਫਿਰ ਉਹਦੇ ਵਿੱਚ ਨਸ਼ੇ ਸੌਖੇ ਰੁਕ ਸਕਦੇ ਨੇ। ਉਹਨਾਂ ਦਾ ਮੈਸੇਜ ਹੈ ਕਿ ਤੁਸੀਂ ਨਸ਼ੇ ਵਗੈਰਾ ਰੋਕਣੇ ਨੇ। ਜੀ ਡਾਕਟਰ ਖਾਲਿਦ ਸਾਹਿਬ ਜੀ, ਮੈਂ ਰਿਪੋਰਟ ਦੇਖ ਰਿਹਾ ਸੀ ਜਲੰਧਰ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਹੈ, ਉਹ ਨਸ਼ਾ ਵੇਚਣ ਵਾਲਿਆਂ ਦੇ ਕੋਲੋਂ ਦੱਸਿਆ ਜਾ ਰਿਹਾ ਰਿਪੋਰਟ ਦੇ ਮੁਤਾਬਕ ਕਿ ਉਹ ਪੈਸੇ ਲੈ ਰਿਹਾ ਰਾਤ ਦੇ ਵੇਲੇ। ਔਰ ਇਹ ਜਿਹੜੀ ਰਿਪੋਰਟ ਹੈ ਇੱਕ ਜ਼ਿੰਮੇਵਾਰ ਟੈਲੀਵਿਜ਼ਨ ਦੀ ਰਿਪੋਰਟ ਹੈ, ਔਰ ਇਸ ਰਿਪੋਰਟ ਦੇ ਵਿੱਚ ਇੱਕ ਲੰਬੀ ਚੌੜੀ ਜਿਹੜੀ ਹੈਗੀ ਉਹ ਨਸ਼ੇ ਬਾਰੇ ਰਿਪੋਰਟ ਜਾਰੀ ਕੀਤੀ ਗਈ ਸੀ। ਔਰ ਜੇ ਹਾਲਾਤ ਇਸ ਤਰ੍ਹਾਂ ਦੇ ਆ ਤੇ ਪੁਲਿਸ ਦੇ ਉੱਤੇ ਅਸੀਂ ਨਿਰਭਰ ਆ ਤੇ ਬਣੇਗਾ ਕੀ? ਦੇਖੋ, ਏਦਾਂ ਹੈਗਾ ਕਿ ਹਰ ਇੱਕ ਥਾਣੇ ਦੇ ਵਿੱਚ ਉਸ ਇਲਾਕੇ ਦੇ ਵਿੱਚ ਕਿਹੜਾ ਅਨਸਰ ਗਲਤ ਤਰੀਕੇ ਦੇ ਨਾਲ ਨਸ਼ੇ ਵਰਤਾਉਂਦਾ ਹੈ ਜਾਂ ਗੁੰਡਾ ਅਨਸਰ ਹੈ, ਉਹ ਸਾਰਿਆਂ ਦਾ ਉਹਨਾਂ ਕੋਲ ਪਤਾ ਹੁੰਦਾ। ਇਸ ਕਰਕੇ ਤੁਸੀਂ ਡਾਊਨ ਟੂ ਜਿਹੜਾ SHO ਲੈਵਲ ਤੇ ਜਾਂ ਜਿਹੜਾ ਹੈਗਾ ਥਾਣੇ ਦੇ ਲੈਵਲ ਤੇ, ਚੌਂਕੀ ਦੇ ਲੈਵਲ ਤੱਕ ਤੁਸੀਂ ਰਿਸਪੌਂਸਿਬਿਲਿਟੀ ਤਾਂ ਫਿਕਸ ਕਰਨੀ ਹੈ। SSP ਨੂੰ ਕਹਿ ਦਿੱਤਾ, ਤੁਸੀਂ SP ਨੂੰ ਬੁਲਾ ਕੇ ਕਹਿ ਦਿੱਤਾ, ਲੇਕਿਨ ਇਹ ਪਰਕੂਲੇਟ ਹੋਣਾ ਚਾਹੀਦਾ ਡਾਊਨ ਟੂ ਦਾ ਲਾਸਟ ਪੁਲਿਸਮੈਨ। ਰਿਸਪੌਂਸਿਬਿਲਿਟੀ ਜਿਹੜੀ ਹੈਗੀ ਆ ਫਿਕਸ ਕਰਨਾ ਬੜੀ ਇੰਪੋਰਟੈਂਟ ਹੈ। ਅਗਰ ਤੁਸੀਂ ਰਿਸਪੌਂਸਿਬਿਲਿਟੀ ਫਿਕਸ ਨਹੀਂ ਕਰਦੇ, ਕਿਉਂਕਿ ਆਪਾਂ ਨੂੰ ਇਹ ਪਤਾ ਮਦਨਦੀਪ ਜੀ ਕਿ ਪੰਜਾਬ ਦੇ ਵਿੱਚ ਕਿਸੇ ਵੀ ਕੰਸਟੀਚੁਐਂਸੀ ਦੀ ਸਾਰੀ ਪੋਲਿਟਿਕਸ ਜਿਹੜੀ ਹੈਗੀ ਆ ਥਾਣਿਆਂ ਦੇ ਆਲੇ ਦੁਆਲੇ ਘੁੰਮਦੀ ਹੈ। ਉਹਨੂੰ ਅੰਦਰ ਕਰਾਤਾ, ਉਹਨੂੰ ਬਾਹਰ ਕਰਾਤਾ, ਉਹਨੂੰ ਛੁਡਾਉਣਾ ਹੈ, ਉਹਨੂੰ ਇਹ ਕਰਨਾ। ਤੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਉਹ ਜਿਹੜੇ ਫੜੇ ਫੁੜੇ ਵੀ ਜਾਂਦੇ ਆ, ਉਹਨਾਂ ਦੇ ਵਾਸਤੇ ਫਿਰ MLA ਜਿਨ੍ਹਾਂ ਦੀ ਉਹਨਾਂ ਨੇ ਸਪੋਰਟ ਕੀਤੀ ਹੁੰਦੀ ਹੈ ਇਲੈਕਸ਼ਨ ਦੇ ਵਿੱਚ, ਉਹ ਆ ਜਾਂਦੇ ਆ, ਨਹੀਂ ਜੀ ਨਹੀਂ ਤਾਂ ਬਹੁਤ ਇਨੋਸੈਂਟ ਹੈ ਵਗੈਰਾ। ਉਹ ਸਾਰੀਆਂ ਚੀਜ਼ਾਂ ਨੂੰ ਵੀ ਉਹ ਕਰਨਾ ਪਏਗਾ, ਨੰਬਰ 1। ਦੂਸਰੀ ਗੱਲ ਇਹ ਹੈਗੀ, ਇਹਨਾਂ ਨੇ ਇਹ ਕਿਹਾ ਕਿ ਅਸੀਂ ਨਸ਼ਾ ਛੁਡਾਊ ਕੇਂਦਰ ਵਧਾ ਦਿਆਂਗੇ। ਮੈਂ ਕਹਾਂਗਾ ਵੀ ਤੁਸੀਂ ਵਧਾਉਣ ਦੀ ਲੋੜ ਨਹੀਂ ਹੈ। ਆਪਾਂ ਨੇ ਪਿੱਛੇ ਦੇਖਿਆ ਨਸ਼ਾ ਛੁਡਾਊ ਕੇਂਦਰ, ਨਸ਼ਾ ਵਰਤਾਓ ਕੇਂਦਰ ਵੀ ਬਣੇ, ਆਪਾਂ ਨੂੰ ਵੀ ਪਤਾ। ਇਸ ਕਰਕੇ ਬਜਾਏ ਦੇ ਕੇ ਵਧਾਓ ਤੁਸੀਂ ਜਿਹੜਾ ਇਸ ਵੇਲੇ ਐਗਜ਼ਿਸਟਿੰਗ ਇਨਫਰਾਸਟਰਕਚਰ ਹੈ, ਉਹਦੇ ਵਿੱਚ ਦਵਾਈਆਂ ਹੋਣ, ਉਹਦੇ ਵਿੱਚ ਡਾਕਟਰ ਹੋਣ, ਉਹਦੇ ਵਿੱਚ ਕਾਉਂਸਲਰ ਹੋਣ। ਉਹ ਜਿਸ ਕੰਮ ਵਾਸਤੇ ਬਣਾਏ ਗਏ ਹੈ ਨਸ਼ਾ ਛੁਡਾਊ ਕੇਂਦਰ, ਉਹ ਆਪਣਾ ਕੰਮ ਕਰਨ। ਇੱਥੇ ਤਾਂ ਤਸੀਹੇ ਦੇਣ ਲੱਗ ਜਾਂਦੇ ਆ
ਇਹ ਉਹਨਾਂ ਨੂੰ ਜਿਹੜੇ ਨਸ਼ੇ ਵਾਲਿਆਂ ਨੂੰ ਫੜ ਕੇ ਲੈ ਕੇ ਆਉਂਦੇ, ਜਿਵੇਂ ਜੇਲ੍ਹ ਲਿਜਾ ਰਹੇ ਹੁੰਦੇ ਆ, ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਵੀ ਉਹਨੂੰ ਵੀ ਉਸ ਸਿਸਟਮ ਨੂੰ ਵੀ ਉਹਦੇ ਲਈ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਨੇ ਕਿਹਾ ਆ ਕਿ ਅਸੀਂ ਉਹਨਾਂ ਨੂੰ ਮੁਜਰਮਾਂ ਦੀ ਤਰ੍ਹਾਂ ਨਹੀਂ ਡੀਲ ਕਰਨਾ ਜਿਹੜੇ ਨਸ਼ਾ ਕਰਦੇ ਆ, ਉਹਨਾਂ ਨੂੰ ਅਸੀਂ ਉਹਨਾਂ ਨਾਲ ਹਮਦਰਦੀ, ਪਿਆਰ ਤੇ ਉਹਨਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨਾ ਆ, ਉਹ ਤਾਂ ਕਿ ਦੁਬਾਰਾ ਵਾਪਸ ਨਾ। ਉਹਦੇ ਵੀ ਕਹਿ ਰਹੇ ਜਿਨ੍ਹਾਂ ਨੇ ਪਹਿਲਾਂ ਨਸ਼ੇ ਛੱਡੇ ਆ ਉਹਨਾਂ ਨੂੰ ਲਿਆ ਕੇ ਤੇ ਉਹਨਾਂ ਕੋਲ ਕਾਉਂਸਲਿੰਗ ਕਰਾਈ ਜਾਏਗੀ, ਜਿਹੜੇ ਨਸ਼ੇ ਕਰ ਰਹੇ ਆ ਉਹਨਾਂ ਨੂੰ ਇਹ ਦੱਸਿਆ ਜਾਏਗਾ, ਉਹ ਦੱਸਣਗੇ ਕਿ ਅਸੀਂ ਨਸ਼ਾ ਕਰਦੇ ਸੀ, ਅਸੀਂ ਕਿਵੇਂ ਬਾਹਰ ਆਏ ਇਸ ਦਲਦਲ ਚੋਂ। ਔਰ ਇਹ ਇੱਕ ਚੰਗਾ ਮੇਰਾ ਖਿਆਲ ਹੈ ਅਨੁਭਵ ਹੋ ਸਕਦਾ ਸਰਕਾਰ ਦਾ। ਲੇਕਿਨ ਜਿਹੜੀ ਅਗਲੀ ਖਬਰ ਹੈ ਖਾਲਿਦ ਸਾਹਿਬ, ਤਿੰਨੇ ਮੈਂ ਇਕੱਠੀਆਂ ਕਿਉਂਕਿ ਇਹ ਇੱਕੋ ਚੀਜ਼ ਨਾਲ ਸੰਬੰਧਿਤ ਹੈਗੀਆਂ। ਤਾਜ ਮਹਿਲ ਦਾ ਸਰਵੇ ਦੀ ਮੰਗ ਕੀਤੀ ਗਈ, ਗਿਆਨ ਵਿਆਪੀ ਮਸਜਿਦ ਦੀ ਸਰਵੇ ਦੀ ਮੰਗ ਕੀਤੀ ਗਈ। ਤਾਜ ਮਹਿਲ ਦੇ ਮਾਮਲੇ ਵਿੱਚ ਤਾਂ ਬਹੁਤ ਸਖਤ ਟਿੱਪਣੀ ਕੀਤੀ ਹੈ ਲਖਨਊ ਦੇ ਇੱਕ ਬੈਂਚ ਨੇ, ਔਰ ਇੱਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਕੱਲ ਨੂੰ ਕਹੋਗੇ ਕਿ ਜੱਜਾਂ ਦੇ ਜਿਹੜੇ ਕੈਬਨ ਆ ਅਸੀਂ ਉਹਦਾ ਸਰਵੇ ਕਰਨਾ ਆ। ਇਸ ਤੋਂ ਇਲਾਵਾ ਜਿਹੜਾ ਇੱਕ ਧਰਮ ਸੰਸਦ ਦਾ ਜਿਹੜਾ ਮਾਮਲਾ ਹੈ ਇਹ ਵੀ ਬੜਾ ਗੰਭੀਰ ਹੈ। ਮੈਂ ਚਾਹੂੰਗਾ ਤੁਹਾਡੇ ਕੋਲੋਂ ਦੋਨਾਂ ਮੇਰੇ ਮਹਿਮਾਨਾਂ ਤੋਂ ਕਿ ਇਹਦੇ ਉੱਤੇ ਸਾਂਝੀ ਜਿਹੜੀ ਹੈ ਉਹ ਇਕੱਠੇ ਰੂਪ 'ਚ ਗੱਲ ਕੀਤੀ ਜਾਏ। ਪਰ ਸਭ ਤੋਂ ਪਹਿਲਾਂ ਤਾਜ ਮਹਿਲ ਬਾਰੇ ਤੁਸੀਂ ਕੀ ਕਹੋਗੇ ਡਾਕਟਰ ਸਾਹਿਬ, ਡਾਕਟਰ ਖਾਲਿਦ ਮੁਹੰਮਦ ਸਾਹਿਬ? ਦੇਖੋ ਏਦਾਂ ਹੈਗਾ ਕਿ ਮੈਂ ਦੋਨਾਂ ਚੀਜ਼ਾਂ ਨੂੰ ਇਕੱਠੇ ਕਮੈਂਟ ਕਰਨਾ ਚਾਹੁੰਦਾ ਇਸ ਕਰਕੇ ਕਿ 1991 ਦਾ ਜਿਹੜਾ ਰਿਲੀਜੀਅਸ ਪਲੇਲਿਸਟਸ ਦੇ ਬਾਰੇ ਐਕਟ ਹੈ ਉਹ ਇਹ ਕਹਿੰਦਾ ਹੈ ਕਿ ਬਾਬਰੀ ਮਸਜਿਦ ਜਿਹੜਾ ਕਿ ਉਸ ਵੇਲੇ ਲਿਟੀਗੇਸ਼ਨ ਦੇ ਅੰਡਰ ਸੀਗੀ ਉਹਨੂੰ ਛੱਡ ਕੇ ਬਾਕੀ ਜਿੰਨੀਆਂ ਵੀ ਧਾਰਮਿਕ ਸਥਲ ਹੈਗੇ ਆ ਉਹਨਾਂ ਦਾ ਸਟੇਟਸ ਉਹੀ ਰਹੇਗਾ ਜਿਹੜਾ 15 ਅਗਸਤ 1947 ਨੂੰ ਸੀਗਾ। ਔਰ ਉਹਨੂੰ ਹੁਣ ਉਹਦੇ ਵਿੱਚ ਬਰੀਚਿੰਗ ਕੀਤੀ ਜਾ ਰਹੀ ਹੈ। ਕਿਸ ਤਰੀਕੇ ਦੇ ਨਾਲ ਕਿ ਜਿਹੜਾ ਗਿਆਨਵਾਪੀ ਮਸਜਿਦ ਹੈਗੀ ਆ, ਗਿਆਨਵਾਪੀ ਮਸਜਿਦ ਕਿਹਾ ਜਾਂਦਾ ਹੈ 1669 ਦੇ ਵਿੱਚ ਔਰੰਗਜ਼ੇਬ ਨੇ ਜੀ ਮੰਦਿਰ ਢਾਹ ਕੇ, ਬਿਲੀਵ ਕੀਤਾ ਜਾਂਦਾ ਮੰਦਿਰ ਢਾਹ ਕੇ ਮਸਜਿਦ ਬਣਾਈ ਥੀ। ਉਹਦੇ ਬਾਅਦ ਸਿਰਫ ਇੱਕੋ ਹੀ ਇੱਕ ਕਿਤਾਬ ਹੈਗੀ ਹੈ ਜਿਹੜੀ ਕਿ ਕਿਸੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਲਿਖੀ, ਹਿਸਟਰੀ ਆਫ ਬਨਾਰਸ ਫਰੋਮ ਅਰਲੀਅਰ ਟਾਈਮਸ ਟੂ 1937। ਉਹਦੇ ਵਿੱਚ ਉਹਨੇ ਜੀ ਇਹ ਗੱਲ ਕਹਿਤੀ, ਉਹਦਾ ਕੋਈ ਹਿਸਟੋਰੀਕਲ ਐਵੀਡੈਂਸ ਵਗੈਰਾ ਕੁਝ ਨਹੀਂ। ਉਸ ਤੋਂ ਬਾਅਦ ਇਹ ਕਿਹਾ ਗਿਆ ਕਿ ਉੱਥੇ ਜਿਹੜਾ ਕੰਪਾਊਂਡ ਹੈ ਮੰਦਿਰ ਦਾ, ਕਿਉਂਕਿ ਮੰਦਿਰ ਜਿਹੜਾ ਬਾਅਦ ਦੇ ਵਿੱਚ ਬਿਲਡ ਹੋਇਆ ਉਹ ਇੰਦੌਰ ਦੀ ਮਹਾਰਾਣੀ ਅਹਿਲਿਆਬਾਈ ਹੋਲਕਰ ਸੀਗੀ, ਉਹਨੇ ਇਹ ਮੰਦਿਰ ਜਿਹੜਾ ਬਾਅਦ ਦੇ ਵਿੱਚ ਬਣਾਇਆ, ਬਹੁਤ ਬਾਅਦ ਦੇ ਵਿੱਚ। ਉਸ ਤੋਂ ਬਾਅਦ ਉਹ ਮੰਦਿਰ ਜਿਹੜਾ ਸੀਗਾ ਕੇਂਦਰ ਬਿੰਦੂ ਬਣ ਗਿਆ। ਹੁਣ ਗੱਲ ਇਹ ਹੈਗੀ ਹੈ ਕੁਛ ਲੇਡੀਜ਼ ਨੂੰ ਅੱਗੇ ਕਰਕੇ ਜਿਨ੍ਹਾਂ ਤੋਂ ਰਿਟ ਪਵਾਈ ਗਈ ਕਿ ਨਹੀਂ ਜੀ ਸਾਨੂੰ ਜਿਹੜੀ ਉੱਥੇ ਦੀ ਵੈਸਟਰਨ ਵਾਲ ਹੈ ਉਸ ਵਾਲ ਦੇ ਅੰਦਰ ਜਾ ਕੇ, ਕਿਉਂਕਿ ਸਾਲ 'ਚ ਇੱਕ ਵਾਰ ਅਲਾਓ ਕੀਤਾ ਜਾਂਦਾ, ਉਹ ਕਹਿੰਦੇ ਹਮੇਸ਼ਾ ਖੁੱਲੀ ਰਹਿਣੀ ਚਾਹੀਦੀ ਹੈ। ਉਹਨੂੰ ਫਿਰ ਉਹਨਾਂ ਨੇ ਕੀ ਕੀਤਾ 2021 ਦੇ ਵਿੱਚ ਇੱਕ ਲੋਕਲ ਕੋਰਟ ਨੇ ਕਹਿ ਦਿੱਤਾ ਜੀ ਕਿ ਇਹਦਾ ਸਰਵੇ ਕਰਵਾਓ। ਉਹ ਸਰਵੇ ਦਾ ਨਤੀਜਾ ਜਿਹੜਾ ਹੈਗਾ ਉਹ ਆਪਾਂ ਹੁਣ ਦੇਖ ਰਹੇ ਹਾਂ ਜਿਹੜਾ ਚੱਲ ਰਿਹਾ ਉੱਥੇ। ਕੱਲ ਉਹਨਾਂ ਨੇ ਬਹੁਤ ਜ਼ਿਆਦਾ ਉਹ ਕੀਤਾ ਕਿ ਜੀ ਸਾਡੀ ਬਹੁਤ ਵੱਡੀ ਜਿੱਤ ਹੋਈ ਹੈ, ਉੱਥੋਂ ਕੁਝ ਨਹੀਂ ਨਿਕਲਣਾ ਜਾਂ ਨਹੀਂ ਨਿਕਲਣਾ ਉਹ ਸਰਵੇ ਦੇ ਉੱਪਰ ਹੈ। ਲੇਕਿਨ ਇਸ ਤਰ੍ਹਾਂ ਦੀਆਂ ਚੀਜ਼ਾਂ ਜਾਣਬੁੱਝ ਕੇ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਜਿਵੇਂ ਕਿ ਆਪਣੇ ਮਥੁਰਾ ਦੇ ਵਿੱਚ ਵੀ ਇਸੇ ਤਰੀਕੇ ਦਾ ਕੋਰਟ ਕੇਸਿਸ ਵਗੈਰਾ ਕਰਕੇ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਕੋਰਟ ਤੋਂ ਕੋਈ ਰਿਲੀਫ ਲੈ ਲਿੱਤਾ ਜਾਵੇ, ਉਹਦੇ ਸਿਰ ਦੇ ਉੱਪਰ ਫਿਰ ਅੱਗੇ ਵਧਾਇਆ ਜਾਵੇ। ਗੱਲ ਇਹ ਹੈਗੀ ਹੈ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਮੁੱਦਾ ਐਕਟਿਵ ਰਹਿਣਾ ਚਾਹੀਦਾ ਲੋਕਾਂ ਦੇ ਦਿਮਾਗ ਦੇ ਵਿੱਚ। ਫਿਰ ਉਹਨੂੰ ਜਿਹੜਾ ਹੈਗਾ ਮੈਜੋਰਿਟੀ ਅਪੀਜ਼ਮੈਂਟ, ਪਹਿਲਾਂ ਤਾਂ ਹੁੰਦੀ ਸੀ ਨਾ ਮਾਈਨੋਰਿਟੀ ਅਪੀਜ਼ਮੈਂਟ, ਹੁਣ ਮੈਜੋਰਿਟੀ ਅਪੀਜ਼ਮੈਂਟ ਕਰਕੇ ਉਹਨੂੰ ਫਿਰ ਵੋਟਾਂ ਦੇ ਵਿੱਚ ਕੰਸੋਲੀਡੇਟ ਕੀਤਾ ਜਾਵੇ ਐਪਰੋਪਰੀਏਟ ਟਾਈਮ ਤੇ। ਇਸੇ ਤਰੀਕੇ ਦੇ ਨਾਲ ਤੁਸੀਂ ਗੱਲ ਕੀਤੀ ਹੈਗੀ ਹੈ ਤਾਜ ਮਹਿਲ ਦੀ। ਤਾਜ ਮਹਿਲ ਦੇ ਵਿੱਚ ਇੱਕ ਐਸਟੈਬਲਿਸ਼ਡ ਫੈਕਟ ਹੈ ਕਿ ਤਾਜ ਮਹਿਲ ਕਿਹਨੇ ਬਣਾਇਆ, ਕਿਵੇਂ ਬਣਿਆ, ਕੌਣ ਇੰਜੀਨੀਅਰ ਸੀਗੇ, ਇਹ ਹਿਸਟਰੀ ਦਾ ਪਾਰਟ ਹੈ। ਇਹਦੇ ਉੱਪਰ ਬਹੁਤ ਵਧੀਆ ਵੱਡੀਆਂ ਡਾਕੂਮੈਂਟਰੀਆਂ ਵੀ ਬਣ ਚੁੱਕੀਆਂ, ਸਾਰਾ ਕੁਝ ਹੋਇਆ ਹੋਇਆ। ਜਿਨ੍ਹਾਂ ਲੋਕਾਂ ਦੇ ਪੂਰਵਜਾਂ ਨੇ ਬਣਾਇਆ ਉਹਨਾਂ ਦੀ ਵੀ ਉੱਥੇ ਨਾਲ ਹੀ ਕਲੋਨੀ ਹੈਗੀ ਹੈ, ਉਹ ਸਾਰਾ ਕੁਝ ਹੈ। ਲੇਕਿਨ ਫਿਰ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਉਹਨੂੰ ਕਹਿੰਦਾ ਜੀ ਇਹ ਤਾਜੋ ਮਹਿਲ ਜੀ, ਉਹ ਹਰ ਇੱਕ ਮਸਜਿਦ ਦੇ ਕਿਹਾ ਜਾਂਦਾ ਹੈ ਵੀ ਇਹਨਾਂ ਨੇ ਇਹ ਕਹਿਣਾ ਸੀਗਾ ਬਾਬਰੀ ਮਸਜਿਦ ਮੂਵਮੈਂਟ ਦੇ ਵਿੱਚ ਕਿ ਪਹਿਲਾਂ 3 ਫਿਰ 30 ਫਿਰ 30,000 ਮਤਲਬ ਮਸਜਿਦਾਂ ਨੂੰ ਅਸੀਂ ਜਿਹੜੀਆਂ ਕਨਵਰਟ ਕੀਤੀਆਂ, ਯਾਨੀ ਕਿ ਹਰ ਮਸਜਿਦ ਉਹ ਇਹ ਪ੍ਰਜ਼ਿਊਮ ਕਰਕੇ ਚੱਲਦੇ ਆ ਹਰ ਮਸਜਿਦ ਮੰਦਿਰ ਢਾਹ ਕੇ ਹੀ ਬਣਾਈ ਹੋਈ ਹੈ। ਤਾਂ ਉਹ ਜਿਹੜਾ ਹੈਗਾ ਇਹ ਸਿਰਫ ਉਹ ਰਿਲੀਜੀਅਸ ਡਿਸਕੋਰਸ ਹੈ ਜਿਹਨੂੰ ਕਿ ਪੋਲਿਟਿਕਸ ਦੇ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਹੈ।
ਪਿਛਲੇ ਕਾਫੀ ਸਮੇਂ ਤੋਂ। ਉਹਦੇ ਵਿੱਚ ਸਰਕਾਰ ਜਿਹੜੀ ਲਾਸਟ ਦੇ ਵਿੱਚ ਮੈਂ ਕਹਾਂਗਾ ਜਿਹੜੀ ਕੋਰਟ ਨੇ ਟਿੱਪਣੀ ਕੀਤੀ ਹੈ ਉਹ ਤਾਂ ਅਲੱਗ ਹੈ, ਤੁਸੀਂ ਕਹਿਤਾ, ਲੇਕਿਨ ਉਹਨਾਂ ਨੇ ਇੱਕ ਗੱਲ ਕੀ ਹੈ, ਦਿਸ ਇਜ਼ ਮਿਸਯੂਜ਼ ਆਫ PIL। PIL ਜਿਹੜੀ ਹੈਗੀ ਹੈ ਉਹ ਇਸ ਕਰਕੇ ਨਹੀਂ ਹੈ ਕਿ ਤੁਸੀਂ ਆਪਣਾ ਏਜੰਡਾ ਚਲਾਵੋ। PIL ਤਾਂ ਇਹ ਹੈਗਾ ਵੀ ਸਰਕਾਰ ਕੋਲੋਂ ਕੋਈ ਕੁਤਾਹੀਆਂ ਹੋਣ, ਕੋਈ ਕਮੀਆਂ ਹੋਣ, ਕੋਈ ਇਸ ਤਰ੍ਹਾਂ ਦਾ ਸਰਕਾਰ ਮੰਨਣ ਵਾਸਤੇ ਤਿਆਰ ਨਾ ਹੋਵੇ, ਉਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਉਹ ਕਰ ਸਕਦੇ ਹਾਂ। ਲੇਕਿਨ ਅਗਰ ਤੁਸੀਂ ਸੋਚੋ ਕਿ PIL ਦਾ ਇਸ ਤਰ੍ਹਾਂ ਦਾ ਧਾਰਮਿਕ ਮੁੱਦਿਆਂ ਦੇ ਉੱਪਰ, ਉਹ ਚੀਜ਼ਾਂ ਦੇ ਉੱਪਰ ਉਹ ਕੀਤਾ ਜਾਵੇ, ਉਹ ਚੀਜ਼ ਜਿਹੜੀ ਹੈਗੀ ਹੈ ਉਹ ਗਲਤ ਹੈ। ਤਾਂ ਮੇਰਾ ਖਿਆਲ ਹੈ ਕਿ ਕੋਰਟ ਦਾ ਇਹ ਫੈਸਲਾ ਜਿਹੜਾ ਹੈਗਾ ਹੈ ਬਾਕੀ ਕੋਰਟਸ ਨੂੰ ਵੀ ਫੋਲੋ ਕਰਨਾ ਚਾਹੀਦਾ ਹੈ, ਔਰ ਇੱਕ ਸੈੱਟ ਇਹਦੇ ਬਾਰੇ ਨੋਰਮਸ ਹੋਣੇ ਚਾਹੀਦੇ ਕਿ PIL ਜਿਹੜਾ ਹੈਗਾ ਤੁਸੀਂ ਕਿਸ ਤਰੀਕੇ ਦੇ ਨਾਲ ਉਹ ਕਰ ਰਹੇ ਹੋ। ਤਾਂ ਇਹ ਬਹੁਤ ਵੈਲਕਮ ਫੈਸਲਾ ਹੈ ਇਹਦੇ ਬਾਰੇ, ਤਾਜ ਮਹਿਲ ਦੇ ਬਾਰੇ, ਜਿਹੜਾ ਕਿ ਕੱਲ ਉਹਨਾਂ ਨੇ ਦਿੱਤਾ ਜੀ। ਵੈਲਕਮ ਫੈਸਲੇ, ਕੱਲ ਫੈਸਲੇ ਨਹੀਂ, ਕੋਰਟ ਦੀਆਂ ਟਿੱਪਣੀਆਂ ਉਹ ਤਾਂ ਰੱਦ ਹੀ ਕਰਤਾ ਨਾ, ਤਾਜ ਮਹਿਲ ਦੀ ਮੰਗ ਤਾਂ ਰੱਦ ਕਰਤੀ ਹੈ। ਪਰ ਡਾਕਟਰ ਗਰਗ ਸਾਹਿਬ, ਇੱਕ ਬੜੇ ਅਫਸੋਸ ਦੀ ਗੱਲ ਹੈ ਕਿ ਜਿਹੜਾ ਕੰਮ ਕੇਂਦਰ ਦੀਆਂ ਸਰਕਾਰਾਂ ਨੂੰ ਕਰਨਾ ਚਾਹੀਦਾ ਉਹ ਸੁਪਰੀਮ ਕੋਰਟ ਨੂੰ ਕਰਨਾ ਪੈ ਰਿਹਾ ਹੈ। ਇਹਨਾਂ ਚੀਜ਼ਾਂ ਨੂੰ ਪਹਿਲਾਂ ਤਾਂ ਕੇਂਦਰ ਸਰਕਾਰ ਨੂੰ ਮਨਜ਼ੂਰੀ ਨਹੀਂ ਦੇਣੀ ਚਾਹੀਦੀ ਮੇਰੇ ਖਿਆਲ ਦੇ ਮੁਤਾਬਕ। ਤੁਸੀਂ ਵੱਧ ਜਾਣਦੇ ਹੋ ਕਿ ਕਿਵੇਂ ਅਸੀਂ ਫਿਰਕੂ ਸਦਭਾਵਨਾ ਬਣਾ ਕੇ ਰੱਖਣੀ ਹੈ ਦੇਸ਼ ਦੇ ਅੰਦਰ। ਮੈਂ ਚਾਹੂੰਗਾ ਕਿ ਤੁਸੀਂ ਇਹ ਜਿਹੜੇ ਤਿੰਨੇ ਮੁੱਦੇ ਨੇ, ਤਾਜ ਮਹਿਲ ਬਾਰੇ, ਗਿਆਨ ਵਿਆਪੀ ਮਸਜਿਦ ਬਾਰੇ ਤੇ ਜਿਹੜੀ ਧਰਮ ਸੰਸਦ ਨੂੰ ਲੈ ਕੇ ਜਿਹੜੀ ਸੁਪਰੀਮ ਕੋਰਟ ਨੇ ਚਿੰਤਾ ਪ੍ਰਗਟਾਈ ਹੈ, ਉਹਦੇ ਬਾਰੇ ਆਪਣੀ ਟਿੱਪਣੀ ਦਿਓ। ਦੇਖੋ ਮਦਨਦੀਪ ਜੀ, ਜਦ ਅਸੀਂ ਸਾਰਾ ਇਹਨਾਂ ਦਾ ਇਤਿਹਾਸ ਦੇਖਦੇ ਹਾਂ, ਜੋ ਰਾਜ ਕਰਦੀ ਪਾਰਟੀ ਹੈ ਕੇਂਦਰ ਦੇ ਵਿੱਚ, ਉਹਦਾ ਇਤਿਹਾਸ ਇਸੇ ਗੱਲ ਦੇ ਵਿੱਚ ਹੈ ਕਿ ਜੋ ਕੁਝ ਅਸੀਂ 70 ਸਾਲ 'ਚ ਕਰਿਆ ਉਹਨੂੰ ਗਲਤ ਕਹੋ, ਤੇ ਤੁਸੀਂ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਤੇ ਹਮਲੇ ਕਰੋ। ਤੇ ਪੁਰਾਣੇ ਜ਼ਮਾਨੇ ਤੋਂ ਇਹ ਕਹਿੰਦੇ ਨੇ ਵੀ ਸਾਡਾ ਆਹ ਵੀ ਮੰਦਿਰ, ਸਾਡਾ ਆਹ ਵੀ ਸਾਡਾ ਮੰਦਿਰ ਸੀ, ਆਹ ਵੀ ਸਾਡਾ ਮੰਦਿਰ ਸੀ। ਹੁਣ ਕਹਤਾ ਵੀ ਜਿਹੜਾ ਹਰਮੰਦਰ ਸਾਹਿਬ ਸੀ ਹੈਗਾ ਉਹ ਵੀ ਸਾਡਾ ਵਿਸ਼ਨੂੰ ਦਾ ਮੰਦਿਰ ਸੀ, ਤੇ ਕਹਤਾ ਕੁਤੁਬ ਨੂੰ ਵੀ ਵਿਸ਼ਨੂੰ ਸਤੰਭ ਕਹੋ। ਤੋ ਇਹ ਜਿਹੜਾ ਕੁਤੁਬ ਮੀਨਾਰ ਨੂੰ, ਸੋ ਇਹ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ, ਤਾਜ ਮਹਿਲ ਦਾ ਤੁਸੀਂ ਵੀ ਸਾਡਾ ਤਾਂ ਤੇਜੋ ਮੰਦਿਰ ਸੀ। ਸੋ ਇਹ ਜਿਹੜੇ ਗੜੇ ਮੁੱਦੇ ਉਖਾੜਨ ਦੀ ਗੱਲ ਤੇ ਜਿਹੜਾ ਕੁਝ ਕਰਨ ਦੀ ਗੱਲ ਹੈ, ਇਹ ਸਿਰਫ ਇਹ ਹੈ ਕਿ 2024 ਤੱਕ ਇਹਨਾਂ ਕੋਲ ਹੈ ਕੁਝ ਨਹੀਂ ਕਹਿਣ ਨੂੰ, ਸਭ ਕੁਝ ਵੇਚਤਾ ਤੇ ਉਸ ਦੇ ਵਾਸਤੇ ਲੋਕਾਂ ਨੂੰ ਆਪਸ ਵਿੱਚ ਲੜਾਉਣਾ ਹੈ। ਹਿੰਦੂ ਵੈਗਰੇ, ਹਾਲਾਂਕਿ ਜਿਹੜੇ ਫੜੇ ਜਾ ਰਹੇ ਨੇ ਉਹ ਵੀ ਹਿੰਦੂ ਨੇ, ਜਿਹੜੇ ਮਰ ਰਹੇ ਨੇ ਉਹ ਵੀ ਹਿੰਦੂ ਨੇ, ਜਿਨ੍ਹਾਂ ਦਾ ਵਪਾਰ ਬੰਦ ਹੋਇਆ ਉਹ ਵੀ ਹਿੰਦੂ ਨੇ, ਜਿਹੜੇ ਲੱਖਾਂ ਮਜ਼ਦੂਰ ਪੈਦਲ ਜਾਣ ਤੇ ਮਜਬੂਰ ਕਰੇ ਗਏ ਉਹ ਵੀ ਹਿੰਦੂ ਸੀਗੇ। ਸੋ ਇਹ ਹਿੰਦੂਆਂ ਦਾ ਕਿਹੜੇ ਰੱਖੇ ਨੇ, ਭੁੱਖੇ ਤਾਂ ਹਿੰਦੂ ਵੀ ਮਰ ਰਹੇ ਨੇ। ਜੇ 80%, ਜੇ 99% ਬੱਚਿਆਂ ਨੂੰ ਭੋਜਨ ਨਹੀਂ ਮਿਲ ਰਿਹਾ 6 ਤੋਂ 23 ਮਹੀਨਿਆਂ ਨੂੰ ਲੋੜ ਅਨੁਸਾਰ, ਤੇ ਉਹ 99% ਦੇ ਵਿੱਚ 99% ਤਾਂ ਕੋਈ ਘੱਟ ਗਿਣਤੀਆਂ ਜਾਂ ਸ਼ੈਡਿਊਲਡ ਕਾਸਟ ਨਹੀਂ ਨਾ ਹੈਗੇ, ਉਹਦੇ 'ਚ ਜਿਹੜੇ ਜਮੇ ਪੱਕੇ ਹਿੰਦੂ ਕਹਿੰਦੇ ਨੇ ਆਪਦੇ ਆਪ ਨੂੰ ਉਹ ਵੀ ਨੇ। ਸੋ ਇਸ ਕਰਕੇ ਭੁੱਖਮਰੀ ਦਾ ਸ਼ਿਕਾਰ ਵੀ ਉਹ ਨੇ, ਖੂਨ ਦੀ ਕਮੀ ਦਾ ਵੀ ਉਹੀ ਸ਼ਿਕਾਰ ਨੇ, ਸਿਹਤ ਸੇਵਾਵਾਂ ਵੀ ਉਹਨਾਂ ਨੂੰ ਹੀ ਨਹੀਂ ਮਿਲ ਰਹੀਆਂ, ਪੜ੍ਹਾਈ ਵੀ ਉਹਨਾਂ ਨੂੰ ਹੀ ਨਹੀਂ ਮਿਲ ਰਹੀ, ਰੁਜ਼ਗਾਰ ਵੀ ਉਹਨਾਂ ਨੂੰ ਹੀ ਨਹੀਂ ਮਿਲ ਰਿਹਾ, ਤੇ ਜਿਹੜਾ ਰੁਜ਼ਗਾਰ ਕਰ ਰਹੇ ਨੇ ਸੱਟ ਵੀ ਉਹਨਾਂ 'ਚ ਵੱਜ ਰਹੀ ਹੈ। ਸੋ ਇਹ ਪਰ ਹਿੰਦੂਤਵਾ ਦਾ ਜਿਹੜਾ ਹੈਗਾ, ਹੁਣ ਇਹਨਾਂ ਨੇ ਇੱਕ ਨਵੀਂ ਗੱਲ ਇਹਦੇ ਨਾਲ ਹੀ ਮੈਂ ਕਹਾਂਗਾ, ਇਹ ਕਹਿਣਾ ਸ਼ੁਰੂ ਕਰਿਆ ਵੀ ਇਹ ਵੰਡੀ ਤਾਂ ਹੋਈ ਸੀ ਦੇਸ਼ ਦੀ ਕਿ ਕਾਂਗਰਸ ਨੇ ਜਾਣਬੁੱਝ ਕੇ ਕਰਾਈ। ਇਹਨਾਂ ਨੂੰ ਪੁੱਛੋ 1925 ਤੁਸੀਂ RSS ਬਣਾ ਰਿਹਾ ਸੀ, ਤੁਸੀਂ ਹਿੰਦੂ ਮਹਾਸਭਾ ਦਾ ਪ੍ਰਧਾਨ ਬਣ ਗਿਆ ਸੀ ਆਪਣਾ ਵੀਰ ਸਵਰਕਰ 1937 'ਚ, ਤੇ ਤੁਸੀਂ ਕੀ ਕਰਦੇ ਬਈ? ਤੁਸੀਂ ਤਾਂ ਅੰਗਰੇਜ਼ਾਂ ਦੇ ਪਿੱਛੋਂ ਬਣੇ ਰਹੇ ਹੋ। ਤੁਸੀਂ ਅੰਗਰੇਜ਼ਾਂ ਨੂੰ ਕਹਿ ਦਿੰਦੇ ਵੀ ਨਾ ਵੰਡੋ, ਤੁਹਾਡੀ 'ਚ ਚੱਲਦੀ ਸੀ ਉਹਨਾਂ ਨਾਲ ਨਾ, ਤੁਹਾਡਾ ਤਾਂ ਭਿਆਲੀ ਸੀ ਨਾ, ਤੁਸੀਂ ਸਾਂਝ ਭਿਆਲੀ 'ਚ ਤੁਸੀਂ ਇਹ ਕਮਿਊਨਿਸਟਾਂ ਨੂੰ ਕਹੀ ਜਾਂਦੇ ਵੀ 1942 'ਚ ਅੰਗਰੇਜ਼ਾਂ ਦੇ ਨਾਲ ਰਲ ਗਏ। ਉਹ ਇਹ ਨਹੀਂ ਰਲੇ ਸੀ, ਇਹ ਵੀ ਤਾਂ ਰਲੇ ਸੀ। ਸੋ ਇਹਨਾਂ ਨੂੰ ਝੂਠ ਬੋਲਣ ਦੀ, ਇਹਨੇ ਤਾਨੇ ਦੇਣ ਦੀ, ਲੋਕਾਂ ਨੂੰ ਪਾੜ ਕੇ ਰਾਜ ਕਰਨ ਦੀ ਇਹਨਾਂ ਦੀ ਨੀਤੀ ਹੈ, ਹੋਰ ਕੋਈ ਗੱਲ ਨਹੀਂ ਹੈ। ਉਹਦੇ ਵਿੱਚ PIL ਦੇ ਵਾਸਤੇ ਸੁਪਰੀਮ ਕੋਰਟ ਨੇ ਬਾਕਾਇਦਾ ਗਾਈਡਲਾਈਨਸ ਤੈਅ ਕਰੀਆਂ ਹੋਈਆਂ ਨੇ ਵੀ ਇਸ ਤੋਂ ਬਗੈਰ PIL ਨਹੀਂ ਹੋ ਸਕਦੀ। ਇਸੇ ਕਰਕੇ ਉਹ PIL ਰਿਜੈਕਟ ਕਰੀ ਵੀ ਤੁਸੀਂ ਮਿਸਯੂਜ਼ ਕਰਨ ਦੀ ਕੋਸ਼ਿਸ਼ ਕਰੀ ਹੈ। ਤੇ ਉਹਦੇ ਵਿੱਚ ਮੈਨੂੰ ਐਂ ਲੱਗਦਾ ਹੈ ਵੀ ਸੁਪਰੀਮ ਕੋਰਟ ਨੂੰ ਤੁਸੀਂ ਠੀਕ ਕਿਹਾ, ਇਹ ਸਾਡੇ ਜਿਹੜਾ ਗਣਤੰਤਰ ਹੈ ਉਹਦੇ ਵਿੱਚ ਰਾਜ ਕਰਨ ਦੀ ਕਮਜ਼ੋਰੀ ਦੀ ਨਿਸ਼ਾਨੀ ਹੈ। ਜਦ ਬਿਊਰੋ ਆਪਦਾ ਕੰਮ ਨਾ ਕਰ ਸਕੇ, ਜਦ ਲੈਜਿਸਲੇਚਰ ਆਪਦਾ ਕੰਮ ਨਾ ਕਰ ਸਕੇ, ਜਦ ਜਿਹੜੀ ਪੋਲੀਟੀਕਲ ਐਗਜ਼ੈਕਟਿਵ ਹੈ, ਸਿਆਸੀ ਕਾਰਜਕਾਰਨੀਆਂ ਯਾਨੀ ਕਿ ਮੰਤਰੀ ਮੰਡਲ ਆਪਦਾ ਕੰਮ ਨਾ ਕਰ ਸਕਣ, ਤਾਂ ਜੁਡੀਸ਼ਰੀ ਨੂੰ, ਨਿਆਂਪਾਲਕਾਂ ਨੂੰ ਉਹ ਕੰਮ ਕਰਨੇ ਪੈਂਦੇ ਨੇ ਜਿਹੜੇ ਕੰਮ ਕਾਰਜਕਾਰਨੀ ਦੇ ਜਾਂ ਕਿੱਤਾਮਾਰਾਂ ਦੇ ਜਾਂ ਫਿਰ ਲੈਜਿਸਲੇਚਰ ਦੇ ਹੁੰਦੇ ਨੇ। ਉਹ ਲੈਜਿਸਲੇਚਰ ਨਹੀਂ ਕਰਦੇ ਰਹੇ ਕਿਉਂਕਿ ਤਾਂ ਉੱਥੇ ਬਹਿਸ ਨਹੀਂ ਹੋਣ ਦਿੰਦੇ ਲੋਕ ਸਭਾ 'ਚ ਤੇ ਰਾਜ ਸਭਾ 'ਚ। ਸੋ ਇਸ ਕਰਕੇ ਸਾਡੇ ਅੱਜ ਇਹ ਪ੍ਰਜਾਤੰਤਰ ਦੀ ਕਮਜ਼ੋਰੀ ਦੀ ਨਿਸ਼ਾਨੀ ਹੈ। ਇੱਕ ਪਾਸੇ ਪਾੜਿਆ ਜਾ ਰਿਹਾ ਹੈ, ਦੂਜੇ ਪਾਸੇ ਸਾਰੀਆਂ ਸੰਸਥਾਵਾਂ ਟੁੱਟਣ ਕਰਕੇ ਸੰਸਥਾਵਾਂ ਆਪਣੀ ਭੂਮਿਕਾ ਨਹੀਂ ਨਿਭਾ ਰਹੀਆਂ, ਤਾਂ ਇਹ ਹੋ ਰਿਹਾ ਹੈ। ਤੇ ਜਿਹੜਾ ਧਰਮ ਸੰਸਦ ਨੂੰ ਇਹ ਬਿਲਕੁਲ
ਉਸ ਤਰ੍ਹਾਂ ਦਾ ਹੀ 83 ਚ ਜੋ ਕੁਝ ਹੋਇਆ ਸੀ ਉਹੇ ਜਿਹੀ ਇਹ ਮੰਜ਼ਰ ਦੁਬਾਰਾ ਪੂਰੇ ਮੁਲਕ ਚ ਕਰ ਰਹੇ ਨੇ। ਉਦੋਂ ਕਦੇ ਪੰਜਾਬ ਚ ਹੋਇਆ ਸੀ, ਇਹ ਪੂਰੇ ਮੁਲਕ ਚ ਮੰਜ਼ਰ ਕਰ ਰਹੇ ਨੇ ਕਿ ਧਰਮ ਸੰਸਥਾ ਕਰ ਕਰਕੇ ਇਹ ਸਾਧੂਆਂ ਸੰਤਾਂ ਨੂੰ ਇਕੱਠੇ ਕਰਕੇ ਰੋਜ਼ ਰੌਲਾ ਪਾਉਣਾ ਸ਼ੁਰੂ ਕਰਤਾ। ਹੁਣ ਜਿਹੜਾ ਇਹਨਾਂ ਨੇ ਅਕਾਲੀਆਂ ਨੇ ਉੱਥੇ ਕਰਿਆ ਵੀ ਜੀ ਸਾਡੇ ਛੱਡਣ ਵਾਸਤੇ, ਇਹਨਾਂ ਨੂੰ ਪੁੱਛੋ ਵੀ ਜਿਹੜੀ ਬੇਅਦਬੀ ਕਰਾਈ ਸੀ ਉਹ ਤਾਂ ਤੁਸੀਂ, ਉਹ ਬੇਅਦਬੀ ਤਾਂ ਉਦੋਂ ਵੱਡਾ ਇਸ਼ੂ ਸੀ, ਉਹਦੇ ਚ ਤਾਂ ਤੁਸੀਂ ਬੋਲੇ ਨਹੀਂ, ਤੁਸੀਂ ਤਾਂ ਖੁਦ ਸ਼ਾਮਲ ਸੀਗੇ। ਸੋ ਇਹ ਸਾਰੀਆਂ ਧਰਮ ਸੰਸਥਾ ਚਾਹ ਇਕੱਠ ਜਿਹੜੇ ਨੇ ਇਹ ਇਸ ਕੰਮ ਵਾਸਤੇ ਵਰਤੇ ਜਾ ਰਹੇ ਨੇ ਕਿ ਆਪਦੀ ਚਾਹੇ ਉਹ ਮਿਨੋਰਟੀ ਹੈ ਚਾਹੇ ਮੈਜੋਰਟੀ ਹੈ, ਉਹਨੂੰ ਉੱਚਾ ਚੁੱਕਣ ਵਾਸਤੇ, ਉਹਨੂੰ ਐਂ ਦੱਸਣ ਵਾਸਤੇ, ਆਪਸੀ ਚ ਇੱਕ ਦੂਜੇ ਨੂੰ ਲੜਾਉਣ ਵਾਸਤੇ, ਇਹ ਲੜਾਉਣ ਵਾਸਤੇ ਵਰਤੇ ਜਾ ਰਹੇ ਨੇ। ਤੇ ਸਾਡੇ ਆਮ ਲੋਕਾਂ ਨੂੰ ਨਿਆਂਪਾਲਕਾਂ ਨੇ ਬਹੁਤ ਵਧੀਆ ਸਟੈਂਡ ਹੈ। ਅੱਜ ਆਰਟੀਕਲ ਵੀ ਲਿਖਿਆ ਹੋਇਆ ਹੈ, ਦੀਪ ਗੁਪਤਾ ਜੀ ਰਿਟਾਇਰਡ ਜੱਜ ਨੇ ਸੁਪਰੀਮ ਕੋਰਟ ਦੇ, ਉਹਨਾਂ ਨੇ ਲਿਖਿਆ ਵੀ ਸੈਡੀਸ਼ਨ ਚਾਰਜ ਦਾ ਮਤਲਬ ਕੀ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਸਾਡੀਆਂ ਮਸਜਿਦਾਂ ਜੀ, ਸਾਡੇ ਮੰਦਰ ਜੀ, ਇਹ 1991 ਦੇ ਫੈਸਲੇ ਤੋਂ ਉਲਟ ਰਹੇ ਨੇ, ਇਹ ਕੋਰਟਾਂ ਦੇ ਫੈਸਲਿਆਂ ਤੋਂ ਉਲਟ ਰਹੇ ਨੇ, ਇਹ ਚੱਲਦੀ ਪ੍ਰੈਕਟਿਸ ਤੋਂ ਉਲਟ ਰਹੇ ਨੇ, ਗਲਤ ਇਤਿਹਾਸ ਲਿਖ ਰਹੇ ਨੇ, ਸਿੱਖਾਂ ਦਾ ਇਤਿਹਾਸ ਵੀ ਗਲਤ ਲਿਖ ਰਹੇ ਨੇ। ਜਿਵੇਂ ਆਪਦਾ ਇਤਿਹਾਸ ਗਲਤ ਲਿਖ ਰਹੇ ਨੇ, ਉਹਦੇ ਸਾਰਾ ਕੁਝ ਵੀ ਸਾਡੇ ਕੋਲ ਤਾਂ ਹੁਣ ਤੁਸੀਂ ਦੇਖੋ ਵੀ ਜਿਆਦਾ ਕਈਆਂ ਸਾਡੇ ਕੋਲ ਤਾਂ ਜੀਨ ਟੈਕਨੋਲੋਜੀ ਸੀ ਜੀ, ਅਸੀਂ ਤਾਂ ਬੰਦੇ ਦਾ ਸਿਰ ਵੱਢ ਕੇ ਲਾ ਦਿੰਦੇ ਸੀ ਜੀ, ਅਸੀਂ ਤਾਂ ਜੀ ਸਾਨੂੰ ਤਾਂ ਪਲਾਸਟਿਕ ਸਰਜਰੀ ਬਹੁਤ ਅੱਗੇ ਸੀ, ਸਾਡੇ ਕੋਲ ਤਾਂ ਵੱਡੇ ਵੱਡੇ ਵਿਮਾਨ ਸੀਗੇ ਜੀ, ਅਸੀਂ ਤਾਂ ਵੱਡੇ ਸਮੁੰਦਰ 'ਚ ਪੁਲ ਬਣਾ ਲੈਂਦੇ ਸੀ। ਵੀ ਅੱਜ ਤਾਂ ਤਾਂ ਬਣਦਾ ਨਹੀਂ, ਅੱਜ ਤਾਂ ਸੂਈ ਨਹੀਂ ਬਣਦੀ, ਜਿਹੜਾ ਬਣਦਾ ਉਹਨੂੰ ਤੁਸੀਂ ਬੰਦ ਕਰੀ ਜਾਂਦੇ ਹੋ, ਬਾਹਰਲਿਆਂ ਕੋਲ ਜਾ ਕੇ ਖੜੇ ਹੁੰਦੇ ਹੋ। ਸੋ ਇਸ ਕਰਕੇ, ਪਰ ਕਿਉਂਕਿ ਇਹਨਾਂ ਨੇ ਲੋਕਾਂ ਨੂੰ ਇੱਕ ਭੀੜ ਤੰਤਰ ਬਣਾਤਾ, ਲੋਕਾਂ ਨੂੰ ਪਰਜਾ ਤੰਤਰ ਬਣਾਉਣ ਦੀ ਬਜਾਏ ਭੀੜ ਤੰਤਰ ਬਣਾਤਾ, ਉਹਦੇ ਵਿੱਚ ਖਤਰਾ ਬੜਾ ਵੱਡਾ ਹੈ। ਸਿਰਫ ਜਿਹੜੇ ਤੰਗ ਨਜ਼ਰੀ ਹੈ, ਜਿਹਦੇ ਵਿੱਚ ਇਹ ਚਾਹੁੰਦੇ ਨੇ ਕਿ ਅਸੀਂ 24 ਦੀਆਂ ਚੋਣਾਂ ਜਿੱਤੀਏ, ਅਸੀਂ 5 ਰਾਜਾਂ ਦੀਆਂ ਚੋਣਾਂ ਜਿੱਤੀਏ, ਉਹਦੇ ਵਾਸਤੇ ਸਭ ਕੁਝ ਕਰ ਰਹੇ ਨੇ। ਪਰ ਦੁਖਾਂਤ ਇਸ ਦਾ ਇੱਕੋ ਹੀ ਹੈ, ਮੈਂ ਗੱਲ ਖਤਮ ਕਰਾਂਗਾ ਆਪਦੀ ਇਹ ਕਹਿ ਕੇ, ਦੁਖਾਂਤ ਇਹ ਹੈ ਕਿ ਆਪੋਜੀਸ਼ਨ ਬਹੁਤ ਕਮਜ਼ੋਰ ਹੈ। ਲੋਕਾਂ ਦੀ ਲਹਿਰ ਉੱਠਣ ਲਈ, ਕਿਸਾਨਾਂ ਦੀ ਲਹਿਰ ਉੱਠੀ ਸੀ, ਉਹ ਲਹਿਰ ਨੂੰ ਇਹਨਾਂ ਨੇ ਪਾੜਤਾ। ਹੁਣ ਦੁਬਾਰਾ ਇਕੱਠੀ ਹੁੰਦੀ ਹੈ, ਕਿਵੇਂ ਹੁੰਦੀ ਹੈ ਉਹ ਵੱਖਰੀ ਗੱਲ ਹੈ, ਪਰ ਜਿੰਨਾ ਚਿਰ ਲੋਕ ਲਹਿਰਾਂ ਹੁਣ ਦੁਬਾਰਾ, ਹੁਣ ਸਾਡਾ ਪਰਜਾ ਤੰਤਰ ਜਿਹੜਾ ਹੈ ਇਹ ਖੜਾ ਪਾਣੀ ਹੋ ਗਿਆ, ਇਹਦੇ 'ਚ ਹੁਣ ਮੁਸ਼ਕ ਮਾਰਨ ਲੱਗ ਗਿਆ, ਇਹਦੇ 'ਚ ਕੋਈ ਵੀ ਆ ਕੇ ਲਾਠੀ ਮਾਰ ਸਕਦਾ ਹੈ, ਤੇ ਉਹਦੇ ਨਾਲ ਹੋਰ ਮੁਸ਼ਕ ਫੈਲ ਜਾਂਦਾ ਹੈ। ਹੁਣ ਇਹਨੂੰ ਬਦਲਣ ਦੀ ਲੋੜ ਹੈ। ਇਹ ਪਰਜਾ ਤੰਤਰ ਦੇ ਵਿੱਚ ਉਹ ਕਿਵੇਂ ਹੋਊਗਾ ਬਦਲਾ, ਜਿਵੇਂ ਪਹਿਲਾਂ ਚੱਲੀ ਸੀ, ਉਦੋਂ ਪਹਿਲਾਂ ਲਹਿਰਾਂ ਚੱਲੀਆਂ ਨੇ, ਸਿੱਖ ਲਹਿਰ ਆਈ ਸੀ, ਇਸੇ ਤਰ੍ਹਾਂ ਹੁਣ ਦੁਬਾਰਾ ਇੱਕ ਆਜ਼ਾਦੀ ਟਾਈਪ ਦੀ ਲਹਿਰ ਚਲਾਉਣੀ ਪਏਗੀ, ਲੋਕ ਲਹਿਰ, ਜਿਹੜੀ ਕਿ ਇੱਥੇ ਭੁੱਖਮਰੀ ਦਾ, ਇੱਥੇ ਅਨਪੜ੍ਹਤਾ ਦਾ, ਇੱਥੇ ਵਿਗਿਆਨਕ ਜਿਹੜੀ ਗੈਰ ਵਿਗਿਆਨਕ ਸੋਚ ਹੈ ਉਹਦਾ, ਇਹਨਾਂ ਸਾਰੀਆਂ ਬੇਰੁਜ਼ਗਾਰੀ ਦਾ ਉਹਦਾ ਮੁਕਾਬਲਾ ਕਰੇ, ਮਾੜੀ ਸਿਹਤ ਦਾ ਮੁਕਾਬਲਾ ਕਰੇ। ਸੋ ਨਵੀਂ ਲਹਿਰ ਦੀ ਲੋੜ ਹੈ, ਜਿਹਦੇ ਵਿੱਚ ਇਹਨਾਂ ਨੇ ਲੋਕਾਂ ਦੇ ਮਨ 'ਚ ਫਜ਼ੂਲ ਭਰਤੇ, ਜਿੱਥੇ ਲੋਕਾਂ ਦੇ ਦਿਮਾਗ 'ਚ ਬੰਬ ਫਿੱਟ ਕਰਤੇ ਨੌਜਵਾਨਾਂ ਦੇ, ਉਹ ਬੰਬ ਕੱਢੇ ਜਾਣ ਤੇ ਉਹਦੇ ਵਿੱਚੋਂ ਸੁਹਿਰਦਤਾ, ਭਾਈਚਾਰਾ, ਏਕਾ, ਦੇਸ਼ ਦੀ ਏਕਤਾ ਤੇ ਇੱਕ ਪਰਿਆਵਰਨ ਦੀ ਰਾਖੀ, ਕੁਦਰਤ ਦੇ ਨਾਲ ਇੱਕ ਸੁਰਤਾ ਵਾਲਾ ਜੀਵਨ ਜੀਆ ਜਾਵੇ ਜੀ। ਇੱਕ ਮੁਹੰਮਦ ਖਾਲਿਦ ਸਾਹਿਬ, ਇੱਕ ਸਮੱਸਿਆ ਇਹ ਵੀ ਹੈ ਜੀ ਕਿ ਨਿਆਂਪਾਲਕਾਂ ਦੇ ਜਿਹੜੇ ਹੁਕਮ ਹੁੰਦੇ ਆ ਲੋਕ ਜੀ, ਉਹਨਾਂ ਦੀ ਵਰਤੋਂ ਵੀ ਕੁਝ ਚੋਣਵੇਂ ਲੋਕਾਂ ਦੇ ਉੱਪਰ ਸਰਕਾਰਾਂ ਜਦੋਂ ਉਹਨੂੰ ਅਮਲ 'ਚ ਲੈ ਕੇ ਆਉਂਦੀਆਂ ਨਿਆਂਪਾਲਕਾਂ ਦੇ ਹੁਕਮਾਂ ਨੂੰ, ਮਿਸਾਲ ਦੇ ਤੌਰ ਤੇ ਅੱਜ ਕੱਲ ਬਲਡੋਜ਼ਰ ਦਾ ਬੜਾ ਜ਼ਿਆਦਾ ਜ਼ੋਰ ਚੱਲਿਆ ਹੋਇਆ ਹੈ, ਔਰ ਉਹ ਗਰੀਬਾਂ ਦੇ ਉੱਤੇ ਆ ਕੇ ਉਹ ਬਲਡੋਜ਼ਰ ਚੱਲਦੇ ਹੈ। ਯਾਨੀ ਕਿ ਨਿਆਂਪਾਲਕਾਂ ਦਾ ਹੁਕਮ ਤਾਂ ਇਹ ਸੀ ਕਿ ਨਜਾਇਜ਼ ਉਸਾਰੀਆਂ, ਨਜਾਇਜ਼ ਕਬਜ਼ੇ ਹਟਾਓ, ਲੇਕਿਨ ਉਹ ਨਜਾਇਜ਼ ਕਬਜ਼ੇ ਜਿਹੜੇ ਗਰੀਬਾਂ ਦੇ ਨਜ਼ਰ ਆਉਂਦੇ ਸੀ ਉਹ ਹਟਾਏ ਜਾ ਰਿਹਾ, ਬੁਲਡੋਜ਼ਰ ਗਰੀਬਾਂ ਤੇ ਚਲਾਇਆ ਜਾ ਰਿਹਾ, ਔਰ ਚੁਣਿੰਦਾ ਕੁਝ ਇਲਾਕਿਆਂ ਦੇ ਵਿੱਚ ਚਲਾਇਆ ਜਾ ਰਿਹਾ ਹੈ। ਇਹ ਸਾਰਾ ਜੋ ਇਸ ਵੇਲੇ ਹੋ ਰਿਹਾ, ਜੋ ਕੁਝ ਵੀ ਹੋ ਰਿਹਾ ਹਿੰਦੁਸਤਾਨ ਦੇ ਵਿੱਚ, ਇਹ ਕਿਵੇਂ ਰੋਕਿਆ ਜਾ ਸਕਦਾ ਹੈ? ਕਿਵੇਂ ਇਹ ਸੁਮਤ ਜਿਹੜੀ ਹੈ ਉਹ ਆਏਗੀ ਸਾਡੇ ਇੱਥੋਂ ਦੇ ਹੁਕਮਰਾਨਾਂ ਨੂੰ? ਦੇਖੋ ਏਦਾਂ ਹੈਗਾ ਕਿ ਜਿਹੜੀ ਨਿਆਂਪਾਲਿਕਾ ਦੇ ਆਰਡਰ ਹੁੰਦੇ ਆ, ਇੱਥੇ ਤੱਕ ਕਿ ਜਿਹੜੇ ਬੇਲ ਗ੍ਰਾਂਟ ਕੀਤੀ ਜਾਂਦੀ ਹੈ ਉਹਨੂੰ ਇੰਪਲੀਮੈਂਟ ਜਿਹੜੀ ਹੈਗੀ ਹੈ ਉਹ ਐਗਜ਼ੈਕਟਿਵ ਨੇ ਕਰਨਾ ਹੈ। ਔਰ ਆਪਾਂ ਇਹ ਵੀ ਦੇਖਦੇ ਹਾਂ ਕਿ ਜਦ ਐਗਜ਼ੈਕਟਿਵ ਇੰਪਲੀਮੈਂਟ ਕਰਦੀ ਹੈ ਤਾਂ ਉਹਦੇ ਵਿੱਚ ਉਹ ਆਨਾਕਾਨੀ ਵੀ ਕਰਦੀ ਹੈ ਔਰ ਕਈ ਵਾਰ ਉਹਦਾ ਮਿਸਯੂਜ਼ ਵੀ ਕਰਦੀ ਹੈ। ਆਪਾਂ ਨੇ ਦੇਖਿਆ ਹੈ ਕਿ ਕਈ ਬੰਦੇ ਜਿਹੜੀਆਂ ਕੋਰਟਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਪ੍ਰੋਕਲੇਮਡ ਅਫੈਂਡਰ ਡਿਕਲੇਅਰ ਕਰ ਦਿੰਦੀਆਂ, ਭਗੌੜੇ ਡਿਕਲੇਅਰ ਕਰ ਦਿੰਦੀਆਂ, ਲੇਕਿਨ ਐਗਜ਼ੈਕਟਿਵ ਉਹਨੂੰ ਫੜਨਾ ਹੀ ਨਹੀਂ ਚਾਹੁੰਦੀ, ਚਾਹੇ ਉਹ ਪੁਲਿਸ ਤੰਤਰ ਹੈ ਚਾਹੇ ਉਹ ਹੈ। ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰੀਏ ਇਸ ਵੇਲੇ ਜੋ ਹੋ ਰਿਹਾ, ਮੈਂ ਤੁਹਾਨੂੰ ਦੱਸਦਾ ਕਿ ਇੱਕ ਕਹਿੰਦੇ ਆ ਵੀ ਸਿਲੈਕਟਿਵ ਅਮਨੀਸ਼ੀਆ ਹੁੰਦਾ, ਵੀ ਤੁਸੀਂ ਸਿਲੈਕਟ ਕਰਦੇ ਹੋ ਕਿਹੜੀ ਚੀਜ਼ ਯਾਦ ਰੱਖਣੀ ਹੈ ਕਿਹੜੀ ਚੀਜ਼ ਭੁੱਲਣੀ ਹੈ। ਉਹ ਚੀਜ਼ ਇੱਥੇ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ। ਤੁਸੀਂ ਜਹਾਂਗੀਰਪੁਰੀ ਦੀ ਐਗਜ਼ਾਮਪਲ ਲੈ ਲਓ,
ਤੁਸੀਂ ਐਗਜ਼ਾਮਪਲ ਲੈ ਲਓ ਬਾਟਲਾ ਹਾਊਸ ਜਾਂ ਉਹਨਾਂ ਇਲਾਕਿਆਂ ਦੀ ਜਿੱਥੇ ਬਲਡੋਜ਼ਰ ਹੁਣ ਭੇਜੇ ਜਾ ਰਹੇ ਆ। ਅਸਲ ਪਰਪਸ ਕੀ ਸੀਗਾ ਮੈਂ ਤੁਹਾਨੂੰ ਦੱਸਦਾ ਵੀ ਦਿੱਲੀ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਕਿ ਵਾਇਓਲੇਸ਼ਨ ਜਿਹੜੀ ਹੈਗੀਆਂ 90% ਦਿੱਲੀ 'ਚ ਵਾਇਓਲੇਸ਼ਨ ਹੈ। ਖਾਸ ਤੌਰ ਪਰ ਜਿੰਨੀਆਂ ਨਵੀਆਂ ਕਲੋਨੀਆਂ ਬਣੀਆਂ ਹੈਗੀਆਂ ਆਲੇ ਦੁਆਲੇ ਸਾਰਿਆਂ ਦੇ ਵਿੱਚ ਵਾਇਓਲੇਸ਼ਨ ਹੈ। ਇਹ ਅਦਾਲਤਾਂ ਵੀ ਮੰਨਦੀਆਂ ਨੇ, ਇਹ ਸਰਕਾਰਾਂ ਵੀ ਮੰਨਦੀਆਂ ਨੇ। ਲੇਕਿਨ ਜਦ ਤੁਸੀਂ ਪਰਟੀਕੂਲਰ ਏਰੀਆ ਦੇ ਵਿੱਚ ਭੇਜਦੇ ਹੋ ਔਰ ਫਿਰ ਇਹ ਕਹਿੰਦੇ ਹੋ ਕਿ ਪਰਟੀਕੂਲਰ ਕਮਿਊਨਿਟੀ ਜਿੱਥੇ ਕੰਸੈਂਟ੍ਰੇਸ਼ਨ ਹੈ ਉਹਨੂੰ ਹੀ ਹਿੱਟ ਕਰਨਾ ਹੈ, ਉਹ ਫਿਰ ਇੱਕ ਪੋਲੀਟੀਕਲ ਏਜੰਡਾ ਆ ਜਾਂਦਾ ਹੈ। ਪੋਲੀਟੀਕਲ ਏਜੰਡਾ ਇਹ ਹੈਗਾ ਕਿ ਤੁਸੀਂ ਮੈਜੋਰਿਟੀ ਕਮਿਊਨਿਟੀ ਨੂੰ ਇਹ ਮਹਿਸੂਸ ਕਰਵਾਉਣਾ ਚਾਹੁੰਦੇ ਆ ਕਿ ਦੇਖਿਆ ਸਾਡਾ ਰਾਜ ਹੈ, ਅਸੀਂ ਆਹ ਕੁਝ ਕਰ ਰਹੇ ਹਾਂ, ਤੁਸੀਂ ਅੱਗੇ ਨੂੰ ਫਿਰ ਸਾਨੂੰ ਵੋਟਾਂ ਪਾਓ। ਉਹ ਚੀਜ਼ ਜਿਹੜੀ ਹੈਗੀ ਹੈ ਉਹ ਸਾਰੇ ਦੇਸ਼ ਦੇ ਵਿੱਚ ਖਾਸ ਤੌਰ ਪਰ ਜਿਹੜੀ ਹਿੰਦੀ ਬੈਲਟ ਏਰੀਆ ਹੈਗਾ ਜਿਹਨੂੰ ਆਪਾਂ ਕੋ ਬੈਲਟ ਵੀ ਕਹਿੰਦੇ ਆ, ਉਹਦੇ ਵਿੱਚ ਇਹ ਜ਼ਿਆਦਾ ਹੈਗੀ ਹੈ, ਜਿਹਦੀ ਵਜ੍ਹਾ ਕਰਕੇ ਆਪਾਂ ਇਹ ਮਹਿਸੂਸ ਕਰਦੇ ਹਾਂ, ਹਰ ਕਾਮਨ ਮੈਨ ਮਹਿਸੂਸ ਕਰਦਾ ਹੈ ਕਿ ਸਿਲੈਕਟਿਵਲੀ ਟਾਰਗੇਟਿੰਗ ਕੀਤੀ ਜਾ ਰਹੀ ਹੈ ਉਹਨਾਂ ਏਰੀਆਜ਼ ਦੀ ਜਿੱਥੇ ਮੁਸਲਿਮ ਮੈਜੋਰਿਟੀ ਡਿਸਟ੍ਰਿਕਟਸ ਹੈਗੇ ਹੈ, ਮੁਸਲਿਮ ਮੈਜੋਰਿਟੀ ਮਹੱਲੇ ਹੈਗੇ ਹੈ। ਹੁਣ ਆਪਾਂ ਜਹਾਂਗੀਰਪੁਰੀ ਦੀ ਐਗਜ਼ਾਮਪਲ ਆਪਣੇ ਸਾਹਮਣੇ ਹੈ। ਇਸੇ ਤਰੀਕੇ ਦੇ ਨਾਲ ਜਿਹੜਾ ਹੁਣ ਇਸ ਵੇਲੇ ਦਿੱਲੀ ਦੇ ਵਿੱਚ ਚੱਲ ਰਿਹਾ ਬੁਲਡੋਜ਼ਰਾਂ ਦਾ ਮਾਮਲਾ, ਉਹ ਅਨਫੋਰਚੂਨੇਟ ਹੈ ਔਰ ਇਹਦਾ ਸੰਗਿਆਨ ਜਿਹੜਾ ਹੈਗਾ ਕੋਰਟਾਂ ਨੇ ਲੈਣਾ। ਹੁਣ ਮੈਂ ਤੁਹਾਨੂੰ ਇੱਕ ਹੋਰ ਲਾਸਟ ਵਿੱਚ ਗੱਲ ਕਰਦਾ, ਫੈਸਲੇ ਨੂੰ ਇੰਪਲੀਮੈਂਟ ਕਰ ਰਹੇ ਨਾ, ਅਮਲ ਚ ਲਿਆ ਰਹੇ। ਕੋਰਟਾਂ ਦੇ ਫੈਸਲੇ ਇੰਪਲੀਮੈਂਟ ਨਹੀਂ ਕਰ ਰਹੇ ਨਾ, ਇਸੇ ਕਰਕੇ ਤਾਂ ਮੈਂ ਕਹਿ ਰਿਹਾ। ਹੁਣ ਮੈਂ ਤੁਹਾਨੂੰ ਦੱਸਦਾ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਮਦਨਦੀਪ ਜੀ, ਕਿ ਆਜ਼ਮ ਖਾਨ ਦਾ ਮਾਮਲਾ ਹੈ। ਆਜ਼ਮ ਖਾਨ ਦੇ ਵਿੱਚ ਉੱਪਰ 87 ਉਹਨਾਂ ਨੇ ਕੇਸ ਕੀਤੇ ਹੋਏ ਵੀ ਇਧਰੋਂ ਭੱਜੇਗਾ ਇੱਥੇ ਫੜ ਲਾਂਗੇ, ਤੈਨੂੰ ਰੱਖਣਾ ਅੰਦਰ ਹੀ ਹੈ। ਔਰ ਸੁਪਰੀਮ ਉੱਥੇ ਕੋਰਟ ਇਹ ਕਹਿ ਰਹੀ ਹੈ ਕਿ ਭਾਈ ਤੁਸੀਂ ਸਕਰਟਿੰਗ ਕਿਵੇਂ ਕਰ ਰਹੇ ਹੋ ਸਾਡੇ ਆਰਡਰਸ ਦੀ, ਅਸੀਂ ਬੇਲ ਦੇ ਰਹੇ ਹਾਂ, ਤੁਸੀਂ ਅਗਲਾ ਕੇਸ ਫੇਰ ਠੋਕ ਦਿੰਦੇ ਹੋ, ਬੇਲ ਦੇ ਰਹੇ ਹੋ ਅਗਲਾ ਕੇਸ ਫੇਰ ਠੋਕ ਦਿੰਦੇ ਹੋ। ਇਹ ਜਿਹੜਾ ਹੈਗਾ ਇਹਦਾ ਮਤਲਬ ਇਹ ਹੈਗਾ ਵੀ ਜਿਹੜੀ ਐਗਜ਼ੀਕਿਊਟਿਵ ਹੈ ਜਾਂ ਪੁਲਿਸ ਤੰਤਰ ਹੈ ਜਾਂ ਸਟੇਟ ਦਾ ਐਡਮਿਨਿਸਟ੍ਰੇਸ਼ਨ ਹੈ, ਅਲਟੀਮੇਟ ਦਾ ਉਹੀ ਭਾਰੂ ਹੈ, ਨਾ ਕਿ ਅਦਾਲਤਾਂ ਭਾਰੂ ਹੈ। ਕਹਿਣਾ ਤਾਂ ਇਹੀ ਚਾਹੁੰਦੇ ਆ ਉਹ, ਕਿਉਂਕਿ ਅਦਾਲਤਾਂ ਦੀ ਗੱਲ ਤੁਸੀਂ ਜਦ ਮੰਨਣ ਵਾਸਤੇ ਤਿਆਰ ਹੀ ਨਹੀਂ, ਜਾਂ ਅਦਾਲਤਾਂ ਦੇ ਫੈਸਲਿਆਂ ਨੂੰ ਗਲਤ ਤਰੀਕੇ ਦੇ ਨਾਲ ਇੰਪਲੀਮੈਂਟ ਕਰਨਾ ਜਾਂ ਇੰਪਲੀਮੈਂਟ ਨਾ ਕਰਨਾ ਜਾਂ ਸੌ ਜਾਣਾ, ਇਹ ਉਸ ਤੋਂ ਬਾਅਦ ਤੁਸੀਂ ਕੰਟੈਂਪਟ ਆਫ ਕੋਰਟ ਹੈ ਉਹਦੇ ਉੱਪਰ ਤੁਸੀਂ ਉਹ ਕਰੀ ਚੱਲੋਗੇ ਕੁਛ ਨਾ ਕੁਛ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਉਹ ਮਾਹੌਲ ਜਿਹੜਾ ਕਿ 2013 ਤੋਂ ਬਾਅਦ ਇੰਡੀਆ ਦੇ ਵਿੱਚ ਬਣਾਇਆ ਗਿਆ, ਜਿਹਨੂੰ ਮੈਂ ਮੈਜੋਰਿਟੀ ਅਪੀਜ਼ਮੈਂਟ ਕਹਾਂਗਾ, ਉਹ ਮਾਹੌਲ ਦਾ ਹੀ ਇੱਕ ਪਾਰਟ ਜਿਹੜਾ ਹੈਗਾ ਹੈ। ਜਿਵੇਂ ਤੁਸੀਂ ਡਿਵਾਈਡ ਕਰੋ, ਆਪਣੇ ਗਰਗ ਸਾਹਿਬ ਨੇ ਕਿਹਾ ਕਿ ਡਿਵਾਈਡ ਕਰੋ ਔਰ ਉਸ ਤੋਂ ਬਾਅਦ ਲੋਕਾਂ ਨੂੰ ਕਹੋ ਕਿ ਅਸੀਂ ਹਿਰਦੇ ਸਮਰਾਟ ਹਾਂ ਤੁਹਾਡੇ, ਤੁਸੀਂ ਸਾਡੇ ਮੁਤਾਬਕ ਚੱਲੋਗੇ ਤਾਂ ਤੁਸੀਂ ਸੁਖੀ ਵੀ ਹੋ, ਤੁਹਾਨੂੰ ਉਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਜੀ। ਡਾਕਟਰ ਸਾਹਿਬ ਇੱਕ ਮੈਂ ਤੁਹਾਡੀ ਟਿੱਪਣੀ ਲੈਣੀ ਚਾਹੂੰਗਾ, ਫਿਰ ਅਸੀਂ ਇਸ ਪ੍ਰੋਗਰਾਮ ਨੂੰ ਸਮਾਪਤ ਕਰਾਂਗੇ। ਕਿ ਪੰਜਾਬ ਦੇ ਵਿੱਚ ਚਾਹੇ ਨਸ਼ਿਆਂ ਦਾ ਮਾਮਲਾ ਹੋਵੇ ਤੇ ਚਾਹੇ ਸਰਕਾਰ ਦੇ ਜਿਹੜੇ ਪੁਰਾਣੇ ਕਾਨੂੰਨ ਚੱਲਦੇ ਆ ਰਹੇ ਆ, ਜਿਹਦੇ ਵਿੱਚ ਖਾਸ ਕਰਕੇ ਦੇਸ਼ ਧਰੋਹ ਦਾ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਗੱਲ ਨਿਆਂਪਾਲਿਕਾ ਦੀ ਹੋ ਰਹੀ ਹੈ, ਇਸ ਕਰਕੇ ਹੁਣ ਫਿਰ ਇਹਦਾ ਜ਼ਿਕਰ ਕਰਨਾ ਬਣਦਾ ਹੈ। ਜੇ ਇਹਦੀ ਥਾਂ ਤੇ ਕੇਂਦਰ ਕੋਈ ਨਵਾਂ ਉਸੇ ਤਰ੍ਹਾਂ ਦਾ ਕਾਨੂੰਨ ਲੈ ਆਉਂਦੀ ਹੈ ਜਿਹੜਾ ਦਮਨਕਾਰੀ ਕਾਨੂੰਨ ਹੋਏਗਾ, ਤਾਂ ਫਿਰ ਲੋਕ ਕੀ ਕਰਨਗੇ? ਫਿਰ ਕਿਹਦਾ ਦਰਵਾਜ਼ਾ ਖੜਕਾਉਣਗੇ ਜਾ ਕੇ? ਦੇਖੋ ਮਦਨਦੀਪ ਜੀ, ਜਦ ਇਹ ਇੱਕ ਵਾਰੀ ਸਟ੍ਰਾਈਕ ਡਾਊਨ ਹੋ ਜਾਂਦਾ ਹੈ, ਜੇ ਦੁਬਾਰਾ ਕਾਨੂੰਨ ਲੈ ਕੇ ਆਉਣਗੇ ਤਾਂ ਉਹਦੇ 'ਚ ਕੋਈ ਨਾ ਕੋਈ ਇੱਕ ਤਾਂ ਬਦਲਾਅ ਹੋਏਗਾ। ਦੂਜੀ ਗੱਲ ਉਹਨੂੰ ਵੀ ਚੈਲੰਜ ਕਰਨਗੇ ਲੋਕ, ਕਿਉਂਕਿ ਚੁਣੌਤੀ ਇੱਕ ਗੱਲ ਆਪਾਂ ਮੰਨ ਕੇ ਚੱਲੀਏ ਕਿ ਸਮਾਜ ਕਦੇ ਵਿਰੋਧ 'ਚ ਨਹੀਂ ਰਹਿੰਦਾ। ਚੁਣੌਤੀ ਕਦੇ ਵੱਡੀ ਹੁੰਦੀ ਹੈ, ਕਦੇ ਛੋਟੀ ਹੁੰਦੀ ਹੈ, ਕਦੇ ਵਿਰੋਧੀ ਧਿਰ ਤਕੜੀ ਹੁੰਦੀ ਹੈ, ਕਦੇ ਕਮਜ਼ੋਰ ਹੁੰਦੀ ਹੈ। ਧੁੱਪ ਤੇ ਛਾਂ, ਦੁੱਖ ਤੇ ਸੁੱਖ, ਇਹ ਤਾਂ ਆਮ ਹੀ ਜੀਵਨ 'ਚ ਚੱਲਦਾ। ਦੋਨੇ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਤੇ ਇਸ ਕਰਕੇ ਦੁੱਖ ਤੇ ਸੁੱਖ ਇਹ ਦੁੱਖੀ ਹੈ ਇੱਕ ਕਿਸਮ ਦਾ, ਮੈਂ ਕਹਾਂਗਾ ਸਾਡੇ ਪ੍ਰਜਾਤੰਤਰ ਨੂੰ, ਜਿਹਦੇ ਵਿੱਚ ਅੱਜ ਦੀ ਜਿਹੜੀ ਮੌਜੂਦਾ ਸਰਕਾਰ ਹੈ ਉਹ ਮਿਨੋਰਟੀ, ਜਿਵੇਂ ਹੁਣ ਜਿਹੜਾ ਅਸੀਂ ਦੇਖਦੇ ਹਾਂ ਇਹ ਕਰ ਕੀ ਰਹੇ ਨੇ, ਇਹ ਸਾਰਾ ਕੁਝ ਉਹਦੇ ਤਹਿਤ ਹੋ ਰਿਹਾ ਹੈ। ਇੱਕ ਪਾਸੇ ਤੁਸੀਂ ਮੁਸਲਮਾਨਾਂ ਨੂੰ ਵੀ ਜਿਹੜੇ 15-16 ਕਰੋੜ ਮੁਸਲਮਾਨ ਨੇ ਅਸੀਂ ਕੁੱਟਾਂਗੇ, ਇਹ ਦੱਸੋ ਵੀ ਅਸੀਂ ਕੁੱਟ ਸਕਦੇ ਹਾਂ? ਹੋਰ ਕੋਈ ਨਹੀਂ ਕੁੱਟਦਾ ਇਹਨਾਂ ਨੂੰ। ਇਹਨਾਂ ਦੇ ਬੱਚੇ ਜ਼ਿਆਦਾ ਨੇ, ਇਹਨਾਂ ਦੇ ਤਾਂ 20 ਸਾਲ ਦੇ ਵਿੱਚ ਇਹ ਪੂਰੇ ਹਿੰਦੁਸਤਾਨ ਦੇ ਕਾਬਜ ਹੋ ਜਾਣਗੇ, ਇਹ ਤਾਂ ਇੱਕ ਹੋਰ ਪਾਕਿਸਤਾਨ ਵਾਂਝੂ ਇਹੋ ਜਿਹੇ ਨਾਰੇ। ਦੂਜੇ ਪਾਸੇ ਖਾਲਿਸਤਾਨ ਦਾ ਇੱਕ ਦੈਂਤ ਖੜਾ ਕਰਨਾ। ਹੁਣ ਤੁਸੀਂ ਦੱਸੋ ਗੁਰਪਤਵੰਤ ਪੰਨੂ ਨੂੰ ਕਿਉਂ ਨਹੀਂ ਐਕਸਟ੍ਰੈਡੀਸ਼ਨ ਦੀ ਇਹ ਮੰਗਦੇ? ਵੀ ਉਹ ਰੋਜ਼ ਉਹਨੇ ਸ਼ਰੇਆਮ ਕਹਿੰਦਾ, ਹੁਣ ਉਹਨੇ ਕਹਿੰਦਾ ਜਿਹੜੇ ਇੱਥੇ ਹਿਮਾਚਲ ਦੇ ਮੰਤਰੀ ਨੇ, ਮੁੱਖ ਮੰਤਰੀ ਨੇ, ਕਿ ਹੋਰ ਜਿੰਨੀਆਂ ਵੀ ਤਾਕਤਾਂ ਨੇ, ਕਹਿੰਦਾ ਉਹਨਾਂ ਸਾਰਿਆਂ ਨੂੰ
ਮੈਂ ਕਹਿੰਦਾ ਕਿ ਜਦ ਵੀ ਉਹ ਇੱਥੇ ਵਿਜ਼ਿਟ ਕਰਨ ਹਿਮਾਚਲ ਦਾ ਕੋਈ ਵੀ ਮੰਤਰੀ ਵਗੈਰਾ ਜਾਂ ਉਹਨਾਂ ਦਾ ਰਿਸ਼ਤੇਦਾਰ, ਉਹ ਮੈਨੂੰ ਸੂਚਨਾ ਦਿਓ ਤੇ ਉਹਨੂੰ ਮੈਂ 25 ਕਿੰਨੇ ਹਜ਼ਾਰ ਡਾਲਰ ਦਿਆਂਗਾ। ਸੋ ਜਿਹੜਾ ਉਹ ਇਹੋ ਇੱਥੇ ਕਿਹਾ ਸੀ ਵੀ ਇਹ ਖਾਲਸਾ ਦੇ ਝੰਡੇ ਚਲਾਓ, ਮੈਂ ਇੰਨੇ ਪੈਸੇ ਦਿਆਂਗਾ। ਦੇਣੇ ਦੁਨੇ ਉਹਨੇ ਫਿਰ ਵੀ ਨਹੀਂ, ਦੇਣੇ ਵੀ ਹੋਣ ਪੈਸੇ ਦੇ ਕੇ ਤੁਸੀਂ ਇੱਕ ਗਰੀਬ ਆਦਮੀਆਂ ਨੂੰ ਇਹੋ ਜਿਹੇ ਕੰਮ 'ਚ ਲਗਾ ਰਹੇ ਹੋ ਤੇ ਉਹ ਗੁਰਬਖਸ਼ ਮਾਨ ਨੂੰ ਰੋਜ਼ ਹੀ ਇਹ ਜਿਹੀਆਂ ਸਟੇਟਮੈਂਟਾਂ ਦੇ ਰਿਹਾ, ਉਹਨੂੰ ਤਾਂ ਕੋਈ ਨਹੀਂ ਪੁੱਛਦਾ। ਉਹ ਐਕਸਟ੍ਰਾਡਿਕਸ਼ਨ ਟ੍ਰੀਟੀ ਹੋਰ ਹੁੰਦੀ ਕਾਹਦੇ ਵਾਸਤੇ ਹੈ? ਕਹਿਣ ਵੀ ਭਾਈ ਇਹ ਸਾਡੇ ਦੇਸ਼ ਨਾਲ ਧਰੋਹ ਕਰ ਰਿਹਾ। ਨਹੀਂ, ਇਹ ਗੱਲ ਨਹੀਂ। ਖਾਲਿਸਤਾਨ ਕਹਿਣਾ, ਖਾਲਿਸਤਾਨ ਦੀ ਮੰਗ ਕਰਨਾ। ਜੇ ਸਰਕਾਰ ਚਾਹੇ ਤਾਂ ਗੁਰਪਤਵੰਤ ਨੂੰ, ਪੰਨੂ ਨੂੰ ਇੱਕ ਦਿਨ 'ਚ ਵਾਪਸ ਮੋੜ ਕੇ ਜਾ ਸਕਦੀ ਇੰਡੀਆ 'ਚ। ਬਿਲਕੁਲ ਠੀਕ ਹੈ, ਮੈਂ ਇਹੀ ਕਹਿ ਰਿਹਾ ਵੀ ਇਹ ਸਰਕਾਰ ਨੂੰ ਚਾਹੀਦਾ। ਦੂਜੀ ਗੱਲ, ਜਿਹੜੇ ਬੰਦੇ ਖਰੂਜ ਪਾਉਂਦੇ ਨੇ, ਆ ਜਿਹੜਾ ਜਿਵੇਂ ਇੱਥੇ ਹਿੰਦੂ ਸੁਰੱਖਿਆ ਜਿਹੜੀ ਸ਼ਿਵ ਸੈਨਾ ਬਾਲ ਠਾਕਰੇ ਵਾਲਾ, ਸ਼ਿਵ ਸੈਨਾ ਬਾਲ ਠਾਕਰੇ ਸਭ ਨੂੰ ਪਤਾ ਵੀ ਉਹ ਕੇਂਦਰ ਸਰਕਾਰ ਦੇ ਨਾਲ ਰਲ ਕੇ ਕਰਦੀ, ਕਿਉਂਕਿ ਦੂਜੀ ਸ਼ਿਵ ਸੈਨਾ ਨੂੰ ਉਹ ਉੱਥੇ ਅੱਖਾਂ ਦਿਖਾ ਰਹੀ ਹੈ ਉਧਵ ਠਾਕਰੇ ਵਾਲੀ ਨੂੰ। ਸੋ ਇਸ ਕਰਕੇ ਇਹ ਜਿਹੜੀਆਂ ਸਰਕਾਰ ਦੀਆਂ ਆਪਦੀਆਂ, ਕੇਂਦਰ ਸਰਕਾਰ ਦੀਆਂ ਆਪਦੀਆਂ ਲੋੜਾਂ ਨੇ ਕਿ ਅਸੀਂ ਸੂਨ ਖੜੀ ਰੱਖਣੀਆਂ, ਉਹਦੇ ਵਿੱਚ ਇਹ ਕਰ ਰਹੇ ਨੇ। 124A ਜਿਹੜਾ ਇਹ ਸੁਪਰੀਮ ਕੋਰਟ ਨੇ ਰੱਦ ਕਰਨ ਵਾਸਤੇ ਇਹਨਾਂ ਦੀ ਬਾਬ ਕਰੀ ਹੈ, ਉਹ ਗੱਲ ਸਾਨੂੰ ਦੇਖਣੀ ਪਏਗੀ। ਜਦ ਇਹਨਾਂ ਨੇ ਕਿਹਾ ਅਸੀਂ ਆਪ ਰਿਵਿਊ ਕਰ ਰਹੇ ਹਾਂ, ਇਹਦੀ ਨਜ਼ਰਸਾਨੀ ਕਰ ਰਹੇ ਹਾਂ, ਇਹਨੂੰ ਖਤਮ ਕਰਾਂਗੇ, ਤਾਂ ਨਾਲ ਦੀ ਨਾਲ ਸੁਪਰੀਮ ਕੋਰਟ ਨੇ ਕਿਹਾ ਵੀ ਜਿਹੜੇ ਪਹਿਲਾਂ ਅੰਦਰ ਕਰੇ ਹੋਏ ਨੇ, ਅੱਗੇ ਨੂੰ ਤੁਸੀਂ ਕੇਸ ਬਣਾਓਗੇ, ਜਿੰਨਾ ਚਿਰ ਤੁਸੀਂ ਰਿਵਿਊ ਕਰਦੇ ਹੋ ਉਹਦਾ ਕੀ ਕਰੋਗੇ? ਦਿਓ 24 ਘੰਟੇ ਜਵਾਬ। ਜਦ ਨਹੀਂ ਜਵਾਬ ਤਾਂ ਸੁਪਰੀਮ ਕੋਰਟ ਨੇ ਕਹਿਤਾ ਕਿ ਤੁਸੀਂ ਹੋਰ ਕੋਈ ਅਰੈਸਟ ਨਹੀਂ ਕਰੋਗੇ, ਜਿਹੜੇ ਅੰਦਰ ਕਰੇ ਹੋਏ ਨੇ ਬੇਲ ਅਪਲਾਈ ਕਰਨਗੇ ਤੇ ਕੋਰਟਾਂ ਉਹਨਾਂ ਦੇ ਕੇਸ ਦੇਖ ਕੇ ਬੇਲ ਕਰਨਗੀਆਂ। ਇਹ ਤੇ ਜੁਲਾਈ ਦੀ ਡੇਟ ਪਾਤੀ ਵੀ ਜੁਲਾਈ ਤੱਕ ਤੁਸੀਂ ਕੋਈ ਬੰਦਾ ਹੋਰ ਨਹੀਂ ਕਰੋਗੇ, ਉਦੋਂ ਸਾਨੂੰ ਆ ਕੇ ਦਿਖਾਓ ਵੀ ਤੁਸੀਂ ਕੀ ਕਰਿਆ। ਸੋ ਇਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਸੋਲੂਸ਼ਨ ਆਤੇ, ਜਿਹੜਾ 1870 'ਚ ਬਣਿਆ ਸੀ, ਜਿਹਦੇ 'ਚ ਮਹਾਤਮਾ ਗਾਂਧੀ ਨੂੰ ਵੀ ਸਜ਼ਾ ਦਿੱਤੀ ਗਈ ਸੀ ਯੰਗ ਇੰਡੀਆ 'ਚ ਆਰਟੀਕਲ ਲਿਖਣ ਵਾਸਤੇ, ਜਿਹਦੇ ਬਾਲ ਗੰਗਾਧਰ ਨੂੰ ਵੀ ਸਜ਼ਾ ਦਿੱਤੀ ਗਈ ਸੀ, ਜਿਹੜਾ 1898 'ਚ ਰਿਪੀਲ ਕਰਿਆ ਗਿਆ। ਇਹਨਾਂ ਨੇ 1991 'ਚ, ਕਿਉਂਕਿ ਨਵੀਆਂ ਨੀਤੀਆਂ ਲਿਆਉਣੀਆਂ ਸੀ, ਮੈਂ ਇਹਦੇ 'ਚ ਕਿਸੇ ਨੂੰ ਤੋਂ ਮੁਕਤ ਨਹੀਂ ਕਰਦਾ, ਨਵੀਆਂ ਨੀਤੀਆਂ ਦੇ ਆ ਕੇ ਕਾਰਪੋਰੇਟ ਦੇ ਹੱਕ 'ਚ ਲਿਆਉਣੀਆਂ ਸੀ। ਉਦੋਂ ਫਿਰ ਲੋਕਾਂ ਨੇ ਬੋਲਣਾ ਸੀ, ਜਦੋਂ ਬੇਰੁਜ਼ਗਾਰ ਹੋਣੇ ਸੀ, ਉਹਨਾਂ ਦੇ ਘਰ ਢਹਿਣੇ ਸੀ, ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਹੋਣੇ ਸੀ, ਉਹਨਾਂ ਦੇ ਵਪਾਰ ਤੇ ਕਬਜ਼ੇ ਹੋਣੇ ਸੀ, ਤਾਂ ਲੋਕਾਂ ਨੇ ਬੋਲਣਾ ਸੀ। ਉਹ ਬੋਲਣ ਨੂੰ ਰੋਕਣ ਵਾਸਤੇ, ਉਹਨਾਂ ਦੇ ਮਦਦਗਾਰਾਂ ਨੂੰ ਬੋਲਣ ਨੂੰ ਰੋਕਣ ਵਾਸਤੇ ਇਹ ਕਾਨੂੰਨ ਲਿਆਂਦਾ ਗਿਆ ਸੀ। ਇਹ ਨਜਾਇਜ਼ ਸੀ ਤੇ ਚੰਗਾ ਹੋਇਆ, ਮੈਂ ਤਾਂ ਕਹਾਂਗਾ ਜੀ ਨੇ ਸਟੈਪ ਇਨ ਕਰਕੇ ਕਾਨੂੰਨ ਨੂੰ ਸਟ੍ਰਾਈਕ ਡਾਊਨ ਕਰਾਉਣ ਦੇ ਵਾਸਤੇ ਬੜਾ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਟਾਈਮ ਕਾਫੀ ਹੋ ਗਿਆ, ਔਰ ਵਿੱਚੋਂ ਮੈਨੂੰ ਲੱਗਦਾ ਕਿ ਖਾਲਿਦ ਮੁਹੰਮਦ ਸਾਹਿਬ ਨੂੰ ਵਿੱਚੋਂ ਤੰਗ ਕੀਤਾ ਜਾ ਰਿਹਾ, ਉਹਨਾਂ ਦਾ ਸ਼ਾਇਦ ਡਿਊਟੀ ਦਾ ਟਾਈਮ ਵੀ ਹੋ ਰਿਹਾ ਹੋਣਾ। ਬਹੁਤ ਬਹੁਤ ਧੰਨਵਾਦ। ਜੀ 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 ਬਹੁਤ ਸ਼ੁਕਰੀਆ।